सिमरो अंगद दुख निकंदन। गुरु अमरदास हृदय नित त्याऊं हृदय नित त्याऊं। श्री गुरु रामदास गुण गुरु अर्जन विघ्नन के नाशक विघ्नन के नाशक। श्री हर गोबिंद सुमत परकाशक। श्री हर राय नमो कर जोरी नमो कर जोरी। श्री हर कृष्ण मनाऊं गुरु तेग बहादुर परम कृपाला परम कृपाला। श्री गुरु गोबिंद सिंह विसाला तरो तरा पर पुन पुन सीसा पुन पुन सीसा। बंदो बार बार जग एक अंकारा सतगुरु प्रसाद सच हुए। वाहिगुरु जी की फतेह है विनाशन सोए। वाहिगुरु जी की फतेह है विनाशन सोए। दोहरा प्रतिपालत है पुत्र सम करे स्नेह विशाल। करियो बास मथुरा बिखै शांत हृदय चिरकाल। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो, रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे सी जदों माता जी का गोद लिया होया पुत्र तां मर गया है। अजीत सिंह जिस दा नाम रखिया सी, उसकी सुपत्नी अते उसका पुत्र हठी सिंह माता जी कोल मथुरा चले गए। माता जी ने अपना पोतरा जान के हुण सिर ते जिम्मेवारी पई है, संभालना कीता पालना कीता। पर यह बच्चा भी वड्डा होके अपने प्यो वाले रस्ते ते चल पिया। ਇਹਦੇ भी ਲੱਛਣ ਇਹਦਾ भी ਸੁਭਾਅ ਜਿਹੜਾ ਹੋਰ ਹਿਸਾਬ ਦਾ ਨਿਕਲਿਆ। ਇਹ ਹਠੀ ਸਿੰਘ ਨੇ ਕੀ ਕੀਤਾ ਹੈ ਜਦੋਂ ਇਹ ਭਰ ਜਵਾਨ ਹੋਇਆ, ਇਹ ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ प्रतिपालत है पुत्र सम करे स्नेह विशाल। ਹੁਣ ਮਾਤਾ ਸੁੰਦਰੀ ਜੀ ਮਾਤਾ ਸੁੰਦਰ ਕੌਰ ਜੀ ਉਸ ਅਜੀਤ ਸਿੰਘ ਦੇ ਪੁੱਤਰ ਹਠੀ ਸਿੰਘ ਨੂੰ ਵੀ ਪੂਰੇ ਗੁਰੂ ਪਿਆਰਿਓ ਤਾਨ ਪਿਆਰ ਦੇ ਨਾਲ ਸਪਾਲਣਾ ਪਾਲਣਾ ਕਰਦੀ ਹੈ। ਕਰਿਓ ਬਾਸ ਮਥੁਰਾ ਵਿਖੇ ਸ਼ਾਂਤ ਹਿਰਦੇ ਚਿਰਕਾਲ। ਔਰ ਮਾਤਾ ਜੀ ਨੇ ਲੰਮਾ ਸਮਾਂ ਸ਼ਾਂਤੀ ਨਾਲ ਮਥੁਰਾ ਵਿੱਚ ਬਤੀਤ ਕੀਤਾ ਹੈ। ਚੌਪਈ ਬੜੀ ਆਰ ਬਲ ਭੋਗਨ ਕਰੀ ਬ੍ਰਿਧ ਦੇਹ ਹੋਈ ਜਰਜਰੀ। ਹੁਣ ਮਾਤਾ ਸੁੰਦਰੀ ਜੀ ਦੀ ਉਮਰ ਜਿਹੜੀ ਆ ਕਾਫੀ ਹੋ ਗਈ ਆ, ਵੱਡੀ ਉਮਰ ਹੋ ਗਈ ਹੈ ਔਰ ਸਰੀਰ ਜਿਹੜਾ ਜਰਜਰਾ ਮਤਲਬ ਬੁਢਾਪੇ ਦੇ ਵਸ ਪੈ ਗਿਆ, ਕਮਜ਼ੋਰੀ ਆਉਣ ਲੱਗੀ ਸਰੀਰ ਵਿੱਚ। ਦਿੱਲੀ ਆਦ ਸੰਗਤਾ ਬ੍ਰਿਧੰ ਦੇ ਤੂ ਪਾਏ ਨ ਭਾਵ ਬਿਲੰਦੰ। ਔਰ ਦਿੱਲੀ ਦੀਆਂ ਸੰਗਤਾਂ ਤੇ ਹੋਰ ਸਿੱਖ ਸੰਗਤਾਂ ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲ ਦੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਸੀ ਕਿ ਮਾਤਾ ਸੁੰਦਰੀ ਜੀ ਮਥੁਰਾ ਰਹਿ ਰਹੇ ਹਨ, ਉਹ 10ਵਾਂ ਦਸੌਂਦ ਇਕੱਠਾ ਕਰਕੇ ਖਰਚਾ ਪਾਣੀ ਮਾਤਾ ਜੀ ਦੇ ਕੋਲ ਬਹੁਤ ਦੇ ਕੇ ਆਉਂਦੇ ਐ। ਉਥੇ ਮਾਤ ਸੁੰਦਰੀ ਦਰਸ ਹੈ ਗੁਰ ਗਹਿਨ ਕਹਿ ਮਹਿਮਾ ਹਰਸ ਹੈ। और गुरु की गृहिणी भाव गुरु की सुपत्नी जान के माता सुंदरी जी का सिख संगतां बड़ा सत्कार करदियां हन।
ਹੋਤ ਸਕੀਲਨ ਧਨ ਸਮੁਦਾਇਆ ਦੂਰ ਦੂਰ ਤੇ ਆਵਤ ਮਾਇਆ। ਉਹ ਫਿਰ ਸੰਗਤਾਂ ਦੇ ਕੋਲ ਵੀ ਕਿਸੇ ਵਸਤੂ ਦਾ ਘਾਟਾ ਨਹੀਂ। ਸਿੱਖ ਸੰਗਤਾਂ ਦੂਰੋਂ ਦੂਰੋਂ ਮਾਇਆ ਇਕੱਤਰ ਕਰਕੇ ਹੋਰ ਭੇਟਾਵਾਂ ਆਦਿ, ਕੋਈ ਵਸਤਰ, ਕੋਈ ਸੋਨਾ, ਕੋਈ ਚਾਂਦੀ ਦੇ ਗਹਿਣੇ, ਕੋਈ ਹੋਰ ਕੁਝ ਹੋਰ ਬੇਅੰਤ ਭੇਟਾਵਾਂ ਜਿਹੜੀਆਂ ਮਾਤਾ ਸੁੰਦਰੀ ਜੀ ਨੂੰ ਦਿੱਲੀ 'ਚ ਆਪਣਾ ਮਥੁਰਾ ਜਾ ਕੇ ਦਿੰਦੇ ਹਨ। ਹਾਠੀ ਸਿੰਘ ਖਰਚੀ ਅਰ ਖਾਏ ਪਹਿਰੇ ਜੀਵਰ ਰਤਨ ਜਰਾਏ। ਔਰ ਉਹ ਇੰਨਾ ਪੈਸਾ ਮਾਤਾ ਜੀ ਨੇ ਵੀ ਕੀ ਕਰਨਾ ਸੀਗਾ, ਉਹਨਾਂ ਤੋਂ 2 ਟਾਈਮ ਦਾ ਪ੍ਰਸ਼ਾਦਾ ਛਕਣਾ ਹੈ। ਸਿੰਪਲ ਉਹਨਾਂ ਦਾ ਸਾਦਾ ਜੀਵਨ ਹੈ। ਪਰ ਇਹ ਬੱਚਾ ਜਿਹੜਾ ਹਾਠੀ ਸਿੰਘ, ਇਸ ਨੂੰ ਖੁੱਲ੍ਹਾ ਖਰਚਾ ਮਿਲਣ ਲੱਗਿਆ ਔਰ ਉਸ ਪੈਸੇ ਨੂੰ ਖੁੱਲ੍ਹਾ ਖਰਚਦਾ ਹੈ। ਮਾਤਾ ਜੀ ਇਹਦੇ ਵਾਸਤੇ ਗਹਿਣੇ, ਹੀਰੇ ਰਤਨ ਜਵਾਹਰਾਤ ਜੜ ਕੇ ਬੜੇ ਸੁੰਦਰ ਬਣਵਾ ਕੇ ਦਿੰਦੇ ਹਨ। ਕੋਸ਼ਿਸ਼ ਬਹੁਤ ਮੋਲ ਕੀ ਫਬੈ ਮਾਨੇ ਸਿੱਖ ਸੰਗਤਾਂ ਮਿਲ ਸਬੈ। ਬੜੀਆਂ ਮਹਿੰਗੀਆਂ ਪੁਸ਼ਾਕਾਂ ਹੱਠੀ ਸਿੰਘ ਪਾਉਂਦਾ ਹੈ। ਸਿੱਖ ਸੰਗਤਾਂ ਵੀ ਪਿਆਰ ਕਰਦੀਆਂ ਮਾਤਾ ਦਾ ਬੱਚਾ ਜਾਣ ਕੇ। ਜਥਾ ਸਮਾਜ ਪਿਤਾ ਕੋ ਸੁਨਿਓ ਤਥਾ ਸਕਲ ਰਚ ਕੇ ਗੁਰ ਬਣਿਓ। ਹੌਲੀ ਹੌਲੀ ਇਹਨੂੰ ਹੋਰਾਂ ਦੇ ਕੋਲੋਂ ਇਹ ਵੀ ਪਤਾ ਲੱਗਿਆ ਕਿ ਇਹਦਾ ਪਿਓ ਕਿਹੋ ਜਿਹਾ ਸੀ। ਜਿਸ ਵੇਲੇ ਜੰਗ ਲੱਗੀ ਆ ਦਿੱਲੀ ਵਾਲੇ ਘਰ ਵਿੱਚ, ਉਸ ਵੇਲੇ ਵੀ ਇਹਨੂੰ ਸੁਰਤ ਕਾਫੀ ਆ। ਤਾਂ ਹੁਣ ਇਸ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਕਿ ਮੇਰਾ ਪਿਓ ਕਿਵੇਂ ਜੀਵਨ ਬਤੀਤ ਕਰਦਾ ਸੀ, ਇਹ ਵੀ ਉਹੇ ਜਿਹਾ ਹੀ ਕਰਨ ਲੱਗਿਆ। ਕਰੇ ਖਰੀਦਨ ਮੋਲ ਤੁਰੰਗ ਸੁੰਦਰ ਜੀਨ ਜਰੀ ਬਹੁ ਸੰਗ। ਜਿਵੇਂ ਸਿਆਣੇ ਲੋਕ ਕਹਿੰਦੇ ਆ, ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਇਹ ਹੱਠੀ ਸਿੰਘ ਤਾਂ ਜ਼ਿਆਦਾ ਹੀ ਆਪਣੇ ਪਿਓ ਤੇ ਹੋ ਗਿਆ। ਆਪਣੇ ਪਿਓ ਦੇ ਮੁਤਾਬਕ ਚੱਲਣ ਲੱਗਿਆ। ਹੁਣ ਵੱਡਾ ਹੋਇਆ, ਘੋੜਾ ਖਰੀਦ ਲਿਆ, ਪੈਸਾ ਵਾਧੂ ਆਉਂਦਾ ਹੈ ਔਰ ਉਹਦੀਆਂ ਸੁੰਦਰ ਕਾਠੀਆਂ, ਸੁੰਦਰ ਲਗਾਮਾਂ, ਸਾਰਾ ਸਮਾਨ ਆਦਿ ਬੜਾ ਕੀਮਤੀ ਲੈ ਕੇ ਪਾਉਂਦਾ ਹੈ। ਨੀਤ ਰਜਤ ਸ਼ਾਸਤਰਨ ਲਗਵਾਏ ਸਿੰਘ ਚਾਕਰੀ ਹਿਤ ਹਰਿ ਖਾਏ। ਜਿਹੜੇ ਸ਼ਾਸਤਰ ਪਹਿਨਦਾ ਹੈ ਉਹਨਾਂ ਦੇ ਮੁੱਠਿਆਂ ਤੇ ਸੋਨਾ ਚਾਂਦੀ ਦੀ ਗੁਰੂ ਪਿਆਰਿਓ ਕਢਾਈ ਕਰਾਉਂਦਾ ਹੈ, ਸੋਨਾ ਚਾਂਦੀ ਲਵਾਉਂਦਾ ਹੈ। ਔਰ ਆਪਣੇ ਨਾਲ ਇਸ ਨੇ ਕੁਝ ਤਨਖਾਹ ਦੇ ਉੱਤੇ ਬੰਦੇ ਵੀ ਰੱਖੇ ਹਨ। ਸੰਗ ਅਰੂਢ ਹੈ ਜਿਤ ਕੋ ਜਾਤ ਸਭੇ ਨਿਜ ਦਿਖਾਏ ਪਲ ਭਾਂਤ। ਔਰ ਗੁਰੂ ਪਿਆਰਿਓ ਫਿਰ ਇਹ ਇਹਦੇ ਨਾਲ ਜਾਂਦੇ ਹਨ ਤੇ ਇਹ ਦੁਨੀਆ ਦੇ ਵਿੱਚ ਇਉਂ ਵਿਖਾਉਂਦਾ ਹੈ ਕਿ ਮੈਂ ਗੁਰੂ ਪੁੱਤਰ ਹਾਂ, ਪਰ ਗੁਰੂ ਵਾਲੇ ਖੂਨ ਤੇ ਥੋੜਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਜਾਂ ਉਹਦੇ ਸਾਹਿਬਜ਼ਾਦਿਆਂ ਦੀ ਬਰਾਬਰੀ ਕਿਹੜਾ ਕਰ ਸਕਦਾ। ਪਰ ਚਲੋ ਇਹਦੇ ਪਿਓ ਨੂੰ ਗੋਦ ਲਿਆ ਸੀਗਾ, ਇਸ ਕਰਕੇ ਬਹੁਤ ਵਿਖਾਵਾ ਕਰਦਾ ਹੈ ਕਿ ਮੈਂ ਗੁਰੂ ਪੁੱਤਰ ਹਾਂ, ਮਾਤਾ ਸੁੰਦਰੀ ਦਾ ਪੁੱਤਰ ਹਾਂ। ਕਾਹੇ ਸੈਲ ਕੋ ਚੜ੍ਹਿ ਅਖੀਰੇ ਦੁੱਧ ਬਾਜਤ ਚਲਤ ਅਗੇਰੇ। ਔਰ ਨਾਲ ਲੈ ਕੇ ਆਪਣੇ ਸਿਪਾਹੀਆਂ ਨੂੰ, ਸਾਥੀਆਂ ਨੂੰ ਇਹ ਜੰਗਲ ਵੱਲ ਜਾਂਦਾ ਹੈ, ਸ਼ਿਕਾਰ ਖੇਡਦਾ ਹੈ, ਨਗਾਰਾ ਵੱਜਦਾ ਮੂਹਰੇ, ਅੱਗੇ ਅੱਗੇ ਪਹਿਰੇਦਾਰ ਜਾਂਦੇ ਹਨ। ਜਵਾਲਾ ਬਮਣੀ ਸੰਗ ਰਖਾਵੈ ਕਾਨਨ ਕੀ ਪੰਛੀ ਮ੍ਰਿਗ ਕਾਵੈ। ਔਰ ਗੁਰੂ ਪਿਆਰਿਓ ਨਾਲ ਬੰਦੂਕ ਰੱਖਦਾ ਮੋਢੇ ਤੇ ਪਾ ਕੇ ਤੇ ਜੰਗਲਾਂ ਵਿੱਚ ਜਾ ਕੇ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ। ਮਾਤਾ ਪਾਸ ਆਏ ਜੁਗ ਸਮੈ ਬੈਠੇ ਨਿਕਟ ਬੰਦ ਕਰ ਨ ਮੈਂ। 2 ਟਾਈਮ ਮਾਤਾ ਸੁੰਦਰੀ ਜੀ ਨੂੰ ਵੀ ਮਿਲਦਾ, ਸੁਬਹ ਸ਼ਾਮ, ਔਰ ਉਹਨਾਂ ਦੇ ਕੋਲ ਬੈਠਦਾ ਹੈ। ਕਹਿ ਕਿਆ ਸਿੱਖਿਆ ਦੀਤ ਕਨੇਰੀ ਨਿਜ ਪਿਤ ਦਸ਼ਾ ਬਲੋਚਨ ਹੇਰੀ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਸੁਪਤਨੀ ਮਾਤਾ ਸੁੰਦਰ ਕੌਰ ਜੀ ਇਹ ਸੋਚਦੇ ਆ ਕਿਤੇ ਇਹ ਨਾ ਆਪਦੇ ਪਿਓ ਤੇ ਚਲਿਆ ਜਾਵੇ। ਇਸ ਕਰਕੇ ਮਾਤਾ ਜੀ ਕੋਸ਼ਿਸ਼ ਕਰਦੇ ਆ, ਇਹਨੂੰ ਚੰਗਾ ਉਪਦੇਸ਼, ਚੰਗਾ ਗਿਆਨ ਦਿੰਦੇ ਹਨ, ਚੰਗੀ ਜੀਵਨ ਜਾਚ ਸਿਖਾਉਂਦੇ ਆ। ਤੇ ਕੀ ਕਹਿੰਦੇ ਆ? ਗੁਰ ਪ੍ਰਤਾਪ ਤੇ ਕਮੀ ਨ ਕਾਹੀ ਆਏ ਪਦਾਰਥ ਨਿਤ ਸਮਦਾਈ। ਪੁੱਤਰਾ ਇਸ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਦਾ ਪ੍ਰਤਾਪ ਸਦਕਾ ਕਿਸੇ ਵਸਤੂ ਦੀ ਕਮੀ ਨਹੀਂ ਹੈ। ਬੇਅੰਤ ਪਦਾਰਥ ਇੱਥੇ ਆਉਂਦੇ ਹਨ, ਕੋਈ ਅੰਤ ਨਹੀਂ ਹੈ। ਅੱਜ ਵੀ ਸਿੱਖ ਸੰਗਤਾਂ ਬੇਅੰਤ ਮਾਇਆ ਗੁਰੂ ਘਰ ਲੈ ਕੇ ਆਉਂਦੀਆਂ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਨੂੰ ਕਿਹਾ, ਵੀ ਯਾਰ ਮੈਨੂੰ ਐਂ ਲੱਗਦਾ ਵੀ ਅੱਗੇ ਨਾਲੋਂ ਆਮਦਨ ਘਟ ਗਈ, ਕਿਉਂਕਿ ਰਸਤੇ ਵਿੱਚ ਕਈ ਮਸੰਦ ਕੁੰਡੀ ਲਾਉਣ ਲੱਗ ਪਏ। 10ਵਾਂ ਦਸੌਂਦ ਲੈ ਕੇ ਆਉਂਦੇ, ਚੜਾਵਾ ਲੈ ਕੇ ਆਉਂਦੇ, ਅੱਧਾ ਕੁ ਰਾਹ 'ਚ ਹੀ ਰੱਖ ਲੈਂਦੇ, ਅੱਧਾ ਕੁ ਪਹੁੰਚਾਉਂਦੇ। ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਐਂ ਲੱਗਦਾ ਕਿ ਮਾਇਆ ਘਟਦੀ ਜਾਂਦੀ ਹੈ। ਬੜਾ ਹਿਸਾਬ ਕਿਤਾਬ ਉਦੋਂ ਵੀ ਰਹਿੰਦਾ ਸੀ, ਹੁਣ ਵੀ ਬਹੁਤ ਹਿਸਾਬ ਕਿਤਾਬ ਰਹਿੰਦਾ। ਕਾਗਜ਼ੀ ਕਾਰਵਾਈ ਲਿਖਤ ਵਿੱਚ ਕੋਈ ਫਰਕ ਨਹੀਂ ਹੈ, ਇੱਕ ਵੀ ਪੈਸਾ ਇੱਧਰ ਉੱਧਰ ਨਹੀਂ ਹੋ ਸਕਦਾ ਗਾ। ਕਹੋ ਸਤਨਾਮ ਸੀ।
ਤਾਂ ਪਾਤਸ਼ਾਹ ਜੀ ਨੂੰ ਉਹ ਮਸੰਦ ਕਹਿਣ ਲੱਗੇ ਆ, ਮਹਾਰਾਜ ਕੀ ਕਰੀਏ, ਸਿੱਖਾਂ ਦੇ ਵਿੱਚ ਗਰੀਬੀ ਬਹੁਤ ਆ। ਪਾਤਸ਼ਾਹ ਕਹਿੰਦੇ ਮੇਰੇ ਸਿੱਖ ਹੀ ਗਰੀਬ ਹੋਣੇ ਸੀ, ਹੋਰ ਕਿਤੇ ਗਰੀਬੀ ਨਹੀਂ ਜਾ ਸਕਦੀ। ਮਤਲਬ ਕੰਗਾਲੀ ਭਾਵ ਜਿਹੜੀ ਆਪਣੇ ਸਿੱਖ ਹੈ ਉਹਨਾਂ ਦੇ ਕੋਲ ਮਾਇਆ ਨਹੀਂ ਆਉਂਦੀ, ਮਹਾਰਾਜ ਉਹਨਾਂ ਕੋਲੇ ਗਰੀਬੀ ਬੜੀ ਆ। ਪਾਤਸ਼ਾਹ ਕਹਿੰਦੇ ਨਹੀਂ, ਸੰਭਲ ਜੋ, ਮੈਂ ਤੁਹਾਨੂੰ ਸੁਚੇਤ ਕਰਦਾ, ਜੋ ਦਸਵਾਂ ਦਸਾਉਂਦਾ ਸੰਗਤਾਂ ਦਾ, ਇਹ ਸੰਗਤਾਂ ਦੀਆਂ ਚਿੱਠੀਆਂ ਹੁੰਦੀਆਂ ਜਿਹੜੀਆਂ ਮੇਰੇ ਕੋਲੇ ਪਹੁੰਚਣੀਆਂ ਜ਼ਰੂਰੀ ਆ, ਉਸ ਤੋਂ ਬਾਅਦ ਲੱਗਣੀ ਤਾਂ ਸੰਗਤਾਂ ਦੀ ਹੈ ਮਾਇਆ ਸਾਰੀ, ਸਾਰਾ ਸਮਾਨ ਪਹੁੰਚਾ ਦਿਆ ਕਰੋ। ਤਾਂ ਖੈਰ ਗੁਰੂ ਘਰ ਦੇ ਵਿੱਚ ਵਸਤੂਆਂ ਦਾ ਕੋਈ ਤੋੜਾ ਨਹੀਂ। ਇੱਕ ਦੁਲਚਾ ਨਾਮ ਦਾ ਮਸੰਦ ਹੋਇਆ, ਤੇ ਇਸ ਦੁਲਚੇ ਨਾਮ ਦੇ ਮਸੰਦ ਨੇ ਇੱਕ ਵਾਰੀ ਕਿਧਰੇ ਗਿਆ ਪ੍ਰਚਾਰ ਕਰਨ ਤੇ ਚੜਾਵਾ ਇਕੱਠਾ ਕਰਨ ਵਾਸਤੇ, ਮੁੜ ਕੇ ਆਇਆ ਤੇ ਉਸਨੇ ਚੜਾਵਾ ਜਮ੍ਹਾਂ ਕਰਾਤਾ। ਉਧਰੋਂ ਕਿਤੇ ਇੱਕ ਸਿੱਖ ਨੇ 2 ਜੜਾਊ ਸੋਨੇ ਦੇ ਕੜੇ ਤੇ 100 ਮੋਤੀ ਮਾਲਾ ਬਣਾਉਣ ਦਿੱਤਾ ਸੀਗਾ। ਇਹਨੇ ਕੀ ਕੀਤਾ, ਆਉਂਦਿਆਂ ਹੀ 50 ਮੋਤੀ ਤਾਂ ਘਰੇ ਰੱਖਿਆ ਆ ਤੇ 50 ਮੋਤੀ ਲਿਆ ਕੇ ਜਮ੍ਹਾਂ ਕਰਾਤੇ, ਤੇ ਇੱਕ ਕੜਾ ਘਰੇ ਰੱਖਿਆ ਆ। ਤੇ ਗੁਰਦੁਆਰੇ ਆ ਕੇ ਮਨ ਹੋਰ ਬੇਈਮਾਨ ਹੋ ਗਿਆ, ਕਹਿੰਦੇ ਬਾਬੇ ਨੇ ਕੀ ਕਰਨਾ, ਦੂਜਾ ਪੱਗ 'ਚ ਟੰਗ ਲਿਆ। ਕਹੋ ਸਤਨਾਮ। ਤੇ 100 ਮੋਤੀਆਂ 'ਚੋਂ 50 ਮੋਤੀ ਜਮ੍ਹਾਂ ਕਰਾਏ, ਦੋਨੇ ਕੜੇ ਰੱਖ ਲਏ। ਇਤਨੇ ਕੀਤੇ ਉਹ ਦੇਣ ਵਾਲੇ ਸਿੱਖ ਦਾ ਵੀ ਸਮਾਂ ਲੱਗ ਗਿਆ, ਕਿਉਂਕਿ 6-6 ਮਹੀਨੇ 4-4 ਮਹੀਨੇ ਲੱਗ ਜਾਂਦੇ ਆਉਂਦੇ ਜਾਂਦੇ ਆ। ਉਸ ਖੱਤਰੀ ਦਾ ਜਾਂ ਉਸ ਸੁਨਿਆਰੇ ਦਾ ਜਿਸ ਨੇ ਉਹ ਭੇਟ ਦਿੱਤੀ ਸੀ, ਉਹਦਾ ਟਾਈਮ ਲੱਗ ਗਿਆ ਆਉਣ ਦਾ। ਉਹਨੇ ਕਿਤੇ ਆ ਕੇ ਮੱਥਾ ਟੇਕਿਆ। ਪਾਤਸ਼ਾਹ ਕਹਿੰਦੇ ਸਿੱਖਾ ਤੂੰ ਕੀ ਭੇਟਾ ਲਿਆਇਆ ਮੇਰੇ ਵਾਸਤੇ, ਕਿਉਂਕਿ ਜਾਨੀ ਜਾਨ ਸੀ, ਹੁਣ ਭੇਤ ਖੋਲ੍ਹਣਾ ਸੀਗਾ। ਕਹਿੰਦਾ ਜੀ ਮੈਂ ਤਾਂ ਉਹ ਦੁਲਚੇ ਮਸੰਦ ਨੂੰ ਫੜਾਤਾ ਸੀਗਾ ਜਿਹਦਾ ਵੀ ਸਮਾਨ ਸੀਗਾ। ਅੱਛਾ ਕੀ ਦਿੱਤਾ ਸੀਗਾ ਜੀ? 2 ਕੜੇ ਸੀ ਜੜਾਊ ਸੋਨੇ ਦੇ ਵਿੱਚ, ਨਗ ਜੜੇ ਸੀ, 100 ਮੋਤੀ ਸੀਗਾ ਸੁੱਚਾ। ਅੱਛਾ ਬੁਲਾਓ ਦੁਲਚੇ ਨੂੰ, ਮਸੰਦ ਨੂੰ ਸੱਦ ਲਿਆ। ਹਾਂ ਬਈ ਚੜਾਵਾ ਜਮ੍ਹਾਂ ਕਰਾਤਾ ਸਾਰਾ? ਕਹਿੰਦਾ ਜੀ ਕਰਾਤਾ। ਤੇ ਗੁਰੂ ਪਿਆਰਿਓ, ਦੁਲਚੇ ਨੇ ਬਾਰ ਵਿੱਚ ਪਹਿਰੇਦਾਰਾਂ ਨੂੰ ਕਹਿਤਾ ਵੀ ਆਹ ਜਿਹੜਾ ਸਿੱਖ ਹੈ ਨਾ, ਇਹਨੂੰ ਅੰਦਰ ਨਹੀਂ ਜਾਣ ਦੇਣਾ, ਕਿਉਂਕਿ ਮੇਰਾ ਭੇਤ ਨਾ ਖੁੱਲ੍ਹ ਜੇ ਕਿਤੇ, ਇਹਨੂੰ ਅੰਦਰ ਨਹੀਂ ਜਾਣ ਦੇਣਾ। ਗੁਰੂ ਸਾਹਿਬ ਦਾ ਹੁਕਮ ਹੈ ਵੀ ਤੈਨੂੰ, ਮਹਾਰਾਜ ਦਾ ਹੁਕਮ ਹੈ, ਅੰਦਰ ਨਹੀਂ ਆਉਣਾ, ਦਰਸ਼ਨ ਨਹੀਂ ਦੇਣੇ। ਪਹਿਰੇਦਾਰ ਨੂੰ ਕੀ ਪਤਾ, ਉਹਨਾਂ ਨੇ ਉੱਥੋਂ ਹੁਕਮ ਚਾੜਤਾ, ਉਹ ਪਰੇ ਜਾ ਕੇ ਟਾਹਲੀ ਥੱਲੇ ਬਹਿ ਕੇ ਰੋਣ ਲੱਗਿਆ। ਹਾਂ ਵੀ ਦੁਲਚੇ ਸਾਰਾ ਚੜਾਵਾ ਜਮ੍ਹਾਂ ਕਰਾਤਾ? ਕਹਿੰਦਾ ਜੀ ਕਰਾਤਾ। ਅੱਛਾ ਦੇਖ ਲਾ। ਨਹੀਂ ਮਹਾਰਾਜ, ਗੁਰੂ ਸਾਹਿਬ ਦੀ ਉਮਰ ਛੋਟੀ ਸੀ, ਇਹਦੀ ਉਮਰ ਵੱਡੀ ਸੀਗੀ, ਲਗਭਗ 50-60 ਸਾਲ ਦਾ ਹੋ ਗਿਆ ਹੋਣਾ, ਵੱਡੀ ਉਮਰ ਦਾ ਸੀ ਗੁਰੂ ਸਾਹਿਬ ਦੀ ਉਮਰ ਤੋਂ। ਗੁਰੂ ਸਾਹਿਬ ਕਹਿਣ ਲੱਗੇ ਦੇਖ ਲਾ, ਕੋਈ ਚੀਜ਼ ਰਹਿ ਨਾ ਗਈ ਹੋਵੇ, ਨਿਗਾਹ ਨੂਗਾ ਮਾਰ ਲਾ। ਪਹਿਲਾਂ ਤਾਂ ਪਿਆਰ ਨਾਲ ਕਿਹਾ। ਜਦੋਂ ਪਾਤਸ਼ਾਹ ਨੇ 2 ਵਾਰੀ ਕਿਹਾ, ਕਹਿੰਦਾ ਤੁਸੀਂ ਤਾਂ ਸਾਡੀਆਂ ਇੱਜ਼ਤਾਂ ਨਾਲ ਖੇਡਦੇ ਹੋ। ਅਸੀਂ ਕਿੰਨੇ ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ, ਚੜਾਵਾ ਲਿਆ ਕੇ ਜਮ੍ਹਾਂ ਕਰਵਾ ਰਹੇ ਹਾਂ। ਪਾਤਸ਼ਾਹ ਕਹਿੰਦੇ ਹਾਲੇ ਤਾਂ ਮੈਂ ਖੇਡਿਆ ਨਹੀਂਗਾ, ਪਰ ਖੇਡ ਕੇ ਦਿਖਾਵਾਂ। ਆਸਣ ਤੋਂ ਉੱਠੇ ਤੇ ਉਹਦੀ ਪੱਗ ਤੇ ਹੱਥ ਮਾਰਿਆ, ਪੱਗ ਡਿੱਗੀ ਤੇ ਵਿੱਚੋਂ ਕੜਾ ਬਾਹਰ ਆ ਗਿਆ। ਕਹੋ ਸਤਨਾਮ। ਕਹਿੰਦੇ ਆਹ ਕੀ ਆ? ਫਿਰ ਕੰਬਣ ਲੱਗਿਆ। ਸਿੱਖਾਂ ਨੂੰ ਕਹਿੰਦੇ ਇੱਕ ਬਾਹਰ ਸਿੱਖ ਬੈਠਾ ਟਾਹਲੀ ਥੱਲੇ ਰੋਈ ਜਾਂਦਾ, ਉਹਦੀਆਂ ਚੀਕਾਂ ਪਹੁੰਚਦੀਆਂ ਮਹਾਰਾਜ ਕੋਲੇ ਵੀ ਮਹਾਰਾਜ ਮੈਥੋਂ ਕੀ ਗਲਤੀ ਹੋ ਗਈ, ਮੈਨੂੰ ਕਿਉਂ ਹੁਕਮ ਲਾਤਾ ਵੀ ਦਰਸ਼ਨ ਨਹੀਂ ਦੇਣੇ। ਤਾਂ ਸਿੱਖ ਗਿਆ, ਵਾਕਿਆ ਹੀ ਪਰੇ ਦੂਰ ਟਾਹਲੀ ਥੱਲੇ ਇੱਕ ਸਿੱਖ ਰੋਈ ਜਾਂਦਾ। ਕਹਿੰਦੇ ਵੀ ਤੈਨੂੰ ਗੁਰੂ ਸਾਹਿਬ ਨੇ ਬੁਲਾਇਆ? ਅੱਛਾ ਮੈਨੂੰ ਬੁਲਾ ਲਿਆ, ਸ਼ੁਕਰ ਹੈ, ਮੈਂ ਮਾफ़ੀ ਮੰਗ ਲੂੰਗਾ, ਕੋਈ ਗਲਤੀ ਹੋਈ ਤਾਂ। ਅੰਦਰ ਆਇਆ। ਹਾਂ ਵੀ ਸਿੱਖਾ ਤੂੰ ਕੀ ਲੈ ਕੇ ਆਇਆ ਮੇਰੇ ਲਈ? ਕਹਿੰਦਾ ਜੀ ਮੈਂ ਮਸੰਦ ਨੂੰ ਦੇਤਾ ਜੋ ਵੀ ਸੀਗਾ ਮੇਰੇ ਕੋਲੇ ਚੋਣ ਭੂਣ। ਕਹਿੰਦੇ ਫਿਰ ਵੀ? ਕਹਿੰਦੇ ਕੜਿਆਂ ਦੀ ਜੋੜੀ ਸੀ, ਸੋਨੇ ਦੇ ਕੜੇ ਬਣਾਏ ਸੀ ਤੇ 100 ਮੋਤੀ ਸੀਗਾ। ਕਿਉਂ ਵੀ ਦੁਲਚਿਆ, ਦੂਜਾ ਕੜਾ ਕਿੱਥੇ ਆ? ਰਜਿਸਟਰ ਮੰਗਾਇਆ ਲਿਖਾਰੀ ਤੋਂ, ਕੀ ਲਿਖਾਇਆ ਇਹਨੇ ਦੱਸੋ ਫਲਾਣੇ ਸਿੱਖ ਦਾ? ਕਹਿੰਦੇ ਜੀ 50 ਮੋਤੀ ਜਮ੍ਹਾਂ ਕਰਾਏ ਆ। ਕਹਿੰਦੇ ਬਾਕੀ 50 ਮੋਤੀ ਕਿੱਥੇ ਆ? ਫਿਰ ਥਰ ਕੰਬੇ, ਬੋਲੇ ਨਾ, ਦੱਸੇ ਨਾ। ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਇਹਦੇ ਘਰੇ ਜਾਓ, ਕਮਰੇ ਵਿੱਚ ਅਲਮਾਰੀ ਦੇ ਵਿੱਚ ਉਤਲੇ ਰੱਖਣੇ ਵਿੱਚ ਇੱਕ ਕੜਾ ਤੇ 50 ਮੋਤੀ ਪਏ ਆ, ਲੈ ਕੇ ਆਓ ਚੱਕ ਕੇ। ਕਹੋ ਸਤਨਾਮ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ।
ਪਰ ਇੱਥੇ ਚੋਰੀ ਤੇ ਝੂਠ ਨਹੀਂ ਚੱਲਦਾ। ਕਹੋ ਸਤਨਾਮ। ਇਹ ਦੋ ਚੀਜ਼ਾਂ ਨਹੀਂ ਚੱਲਦੀਆਂ। ਉਹਨਾਂ ਦੇ ਘਰੋਂ ਉਹ ਚੀਜ਼ਾਂ ਲਿਆਂਦੀਆਂ, ਫਿਰ ਸਾਹਮਣੇ ਰੱਖੀਆਂ। ਸਿੱਖ ਕਹਿੰਦਾ ਜੀ ਆਹੀ ਹੈ। ਸਿੱਖ ਨੂੰ ਵਿਖਾ ਕੇ ਪਾਤਸ਼ਾਹ ਨੇ ਪ੍ਰਵਾਨ ਕੀਤੀਆਂ। ਲੋਲ ਚੰਗਾ ਜਾਂ ਲੈ ਜਾ, ਸਾਡੇ ਕੋਲ ਸਮਾਨ ਦਾ ਤੋੜਾ ਨਹੀਂ ਹੈਗਾ, ਪਰ ਮਤਲਬ ਜਿਹੜਾ ਸੰਗਤਾਂ ਦਾ ਦਸੌਂਦ ਹੈ ਉਹ ਸਾਡੇ ਤੱਕ ਇੱਕ ਵਾਰੀ ਪਹੁੰਚਣਾ ਚਾਹੀਦਾ। ਕਹੋ ਸਤਨਾਮ। ਇਉਂ ਸੰਗਤਾਂ ਨੇ ਉਹਨਾਂ ਨੂੰ ਉਸ ਵੇਲੇ ਮਸੰਦਾਂ ਨੂੰ ਆਗ੍ਰਹਿ ਕੀਤਾ, ਚਿਤਨ ਕੀਤਾ ਬਈ ਖਿਆਲ ਰੱਖੋ। ਇਸੇ ਤਰ੍ਹਾਂ ਇਸ ਘਰ ਦੇ ਵਿੱਚ ਵਸਤੂਆਂ ਦਾ ਘਾਟਾ ਨਹੀਂ। ਮਾਤਾ ਜੀ ਸਮਝਾਉਂਦੇ ਆ, ਪੁੱਤਰ ਗੁਰ ਪ੍ਰਤਾਪ ਦੇ ਇੱਥੇ ਘਾਟਾ ਕਿਸੇ ਗੱਲ ਦਾ ਨਹੀਂ। ਨਿਤ ਨਵੇਂ ਪਦਾਰਥ ਆਉਂਦੇ ਹਨ। ਆਦਿਕ ਪੜਾਵੇ ਸ੍ਰੀ ਗੁਰਬਾਣੀ, ਮਹਿਮਾ ਕੋ ਜਨਾਏ ਮਹੀਆਣੀ। ਪਰ ਬਾਣੀ ਨਾਲ ਜੁੜੋ। ਵਸਤੂਆਂ ਤਾਂ ਜਿੰਨੀਆਂ ਮਰਜ਼ੀਆਂ ਖਾਵੋ, ਖਰਚੋ, ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ, ਪਰ ਬਾਣੀ ਨਾਲ ਜੁੜ ਪੁੱਤਰ। ਬਾਣੀ ਪੜ੍ਹਿਆ ਕਰ। ਮਾਤਾ ਜੀ ਵੀ ਇਹਨੂੰ ਬਾਣੀ ਪੜ੍ਹਾਉਂਦੇ ਹਨ। ਆਰ ਬਲਾ ਖੋੜਸ ਬਰਖਣ ਕੀ, ਤਾਰਨ ਅਵਸਥਾ ਤਨ ਕੀ ਦਬਕੇ। ਹੁਣ ਇਹ ਗੁਰੂ ਪਿਆਰਿਓ ਜਿਹੜਾ ਬੱਚਾ ਹੱਠੀ ਸਿੰਘ ਹੈ, ਉਹ ਹੱਠੀ ਸਿੰਘ ਬੱਚਾ ਜਿਹੜਾ ਗੁਰੂ ਪਿਆਰਿਓ ਉਹ 16 ਸਾਲ ਦਾ ਹੋ ਗਿਆ ਹੈ। ਕਬ ਕਬ ਦਿੱਲੀ ਕੇ ਸਿੱਖ ਜਾਏ, ਮਾਤਾ ਕੋ ਮਾਨੇ ਪਰ ਪਾਏ। ਔਰ ਦਿੱਲੀ ਦੀਆਂ ਸੰਗਤਾਂ ਵੀ ਕਦੇ ਕਦੇ ਮਾਤਾ ਜੀ ਨੂੰ ਮਿਲਣ ਵਾਸਤੇ ਮਥੁਰਾ ਜਾਂਦੀਆਂ ਹਨ। ਗੁਰੂ ਬਿਹੋਰੇ ਕੀ ਬਹੁ ਗਾਥਾ, ਕਰੀ ਸੁਨਾਵਨ ਦੁਖੇ ਸਾਥਾ। ਹੁਣ ਦਿੱਲੀ ਦੀਆਂ ਸੰਗਤਾਂ ਨੇ ਜਾ ਕੇ ਗੱਲ ਦੱਸੀ ਕਿ ਮਾਤਾ ਜੀ ਗੁਰੂ ਸਾਹਿਬ ਦੇ ਹੁਕਮ ਨਾਲ ਅਸੀਂ 9ਵੇਂ ਪਾਤਸ਼ਾਹ ਜੀ ਦੇ ਦੋਨੇ ਸਥਾਨਾਂ ਤੇ ਮੰਦਿਰ ਭਾਵ ਗੁਰੂ ਘਰ ਬਣਾਤੇ ਸੀਗੇ। ਦੇਹਰਾ ਗੁਰੂ ਘਰ, ਜਿੱਥੇ ਲੱਖੀ ਸ਼ਾਹ ਦੇ ਘਰ ਵਿੱਚ ਕੋਲੇ ਵੀ ਜਿੱਥੇ ਸੰਸਕਾਰ ਹੋਇਆ ਤੇ ਜਿੱਥੇ ਸ਼ਹੀਦੀ ਹੋਈ। ਪਰ ਮਗਰੋਂ ਜਿਹੜਾ 92 ਫਕੀਰ ਹੈ ਨਾ, ਜਿਹੜਾ ਮੌਕੇ ਦਾ ਰਾਜਾ, ਉਹ 92 ਫਕੀਰਾਂ ਨਾਲ ਰਲ ਗਿਆ। ਕਿਉਂ ਗਲਤੀ ਅਜੀਤ ਸਿੰਘ ਨੇ ਕੀਤੀ ਸੀ, ਉਹਨੂੰ ਸਜ਼ਾ ਦੇਤੀ। ਪਰ 92 ਸਾਧਾਂ ਨੂੰ ਹੰਕਾਰ ਹੋ ਗਿਆ। ਉਹਨਾਂ ਨੇ ਦੋਨੇ ਸਥਾਨ ਢਾਹ ਕੇ ਗੁਰੂ ਸਾਹਿਬ ਦੇ ਉੱਥੇ ਆਪਣੀਆਂ ਮਸੀਤਾਂ ਬਣਾ ਲਈਆਂ ਜੀ। ਬੜੋ ਕੋ ਕਾਜ ਬੇਨਵੇ ਕਰਿਓ, ਥਲ ਢਾਹਨ ਲਗ ਮਤ ਸਰ ਭਰਿਓ। ਔਰ ਗੁਰੂ ਘਰ ਦੇ ਨਾਲ ਈਰਖਾ ਕਰਦੇ ਆ, ਮਤਸਰ ਹੰਕਾਰ ਕਰਦੇ ਆ। ਔਰ ਪਾਪ ਦਰਾਜ ਮਸੀਤ ਚਿਨਾਹੀ, ਜਿਸ ਕੋ ਲੱਗਿਓ ਦਰਬ ਸਮਦਾਈ। ਜਿਹੜੇ ਅਸੀਂ ਸਥਾਨ 9ਵੇਂ ਪਾਤਸ਼ਾਹ ਦੇ ਬਣਾਏ ਸਨ, ਇਹਨਾਂ 92 ਨੇ ਢਾਹ ਕਰਕੇ ਉੱਥੇ ਬੜੀਆਂ ਕੀਮਤੀ ਮਾਇਆ ਲਾ ਕੇ ਮਸੀਤਾਂ ਖੜੀਆਂ ਕਰ ਦਿੱਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਬਣਾਇਓ, ਦੇ ਆਇਸ ਧਨ ਗਨ ਲਗਵਾਇਓ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਤੇ ਉਹਨਾਂ ਨੇ ਬਹੁਤ ਸਾਰੀ ਮਾਇਆ ਭੇਜੀ ਸੀ, ਉਹਦੇ ਨਾਲ ਅਸੀਂ ਬਣਵਾਏ ਸੀ। ਉਹ ਜਾਣੇ ਅਬ ਗੁਰੂ ਸਥਾਨ, ਬਨੇ ਕੇ ਨਹੀਂ ਸੋ ਪ੍ਰਥਮ ਸਮਾਨ। ਔਰ ਪਤਾ ਨਹੀਂਗਾ ਕਿ ਹੁਣ ਪਹਿਲਾਂ ਦੀ ਤਰ੍ਹਾਂ ਸੁੰਦਰ ਸਥਾਨ ਬਣ ਕੇ ਨਾ ਬਣ, ਕਿਉਂਕਿ ਸਿੱਖ ਡਰਦੇ ਸਨ। ਮੌਕੇ ਦੀ ਸਰਕਾਰ ਮੁਗਲ ਜਿਹੜੀ ਮਗਰ ਪਈ ਹੋਈ ਸੀ, ਪਰ ਗੁਰੂ ਸਾਹਿਬ ਨੇ ਇਹਨਾਂ ਦੀਆਂ ਜੜ੍ਹਾਂ ਬਚਨਾਂ ਨਾਲ ਹੀ ਪੱਟ ਦਿੱਤੀਆਂ ਸੀਗੀਆਂ। ਰਾਏਕੋਟ ਵਿਖੇ ਮੁਗਲਾਂ ਦੀ ਜੜ ਗਈ, ਪਰ ਹੌਲੀ ਹੌਲੀ ਖਤਮ ਹੋਣੀ ਸੀ ਇਹ ਬਿਮਾਰੀ ਜ਼ੁਲਮ ਵਾਲੀ। ਤਾਂ ਗੁਰੂ ਪਿਆਰਿਓ ਸਿੱਖਾਂ ਨੇ ਕਿਹਾ ਪਤਾ ਨਹੀਂ ਉਹ ਦੁਬਾਰੇ ਗੁਰੂ ਘਰ ਬਣਨਗੇ ਕਿ ਨਹੀਂ ਬਣਨਗੇ। 92 ਸਾਧਾਂ ਨੇ ਢਾਹ ਦਿੱਤੇ। ਅਕਾਲ ਤਖਤ ਸਾਹਿਬ ਵੀ ਢਾਹਿਆ ਸੀ ਮੌਕੇ ਦੀ ਸਰਕਾਰ ਨੇ, ਤੇ ਇਹਨਾਂ ਦਾ ਖਿਆਲ ਸੀ ਕਿ ਸ਼ਾਇਦ ਉਹੋ ਜਿਹਾ ਨਹੀਂ ਬਣੇਗਾ, ਪਰ ਗੁਰੂ ਕਿਰਪਾ ਇੱਥੇ ਉਦੋਂ ਵੀ ਸੁੰਦਰ ਬਣ ਗਿਆ। ਕਹੋ ਸਤਨਾਮ। ਤਾਂ ਇੱਥੇ ਗੁਰੂ ਪਿਆਰੋ ਕਿਸੇ ਵਸਤੂ ਦਾ ਘਾਟਾ ਨਹੀਂ। ਮਾਇਆ ਤਾਂ ਇਸ ਘਰ ਦੀ ਦਾਸੀ ਹੈ। ਰਿੱਧ ਸਿੱਧ ਨਾਵੈ ਕੀ ਦਾਸੀ। ਮਾਇਆ ਦਾ ਕੋਈ ਅੰਤ ਨਹੀਂ ਹੈ। ਗੁਰੂ ਕਿਰਪਾ ਕਰਨ ਸਾਨੂੰ ਵਰਤਨੀ ਆ ਜੇ। ਕਹੋ ਸਤਨਾਮ। ਅੱਗੇ ਚੱਲੀਏ। ਉਹ ਕਹਿਣ ਲੱਗੇ ਪਤਾ ਨਹੀਂ ਉਹ ਗੁਰਦੁਆਰੇ ਦੁਬਾਰਾ ਬਣਨਗੇ ਕਿ ਨਹੀਂ। ਮਹਾ ਅਚਰਜ ਕਰਿਓ ਮਤ ਮੰਦੇ, ਸਿੱਖ ਬਿਵਸ ਪੇ ਬਸ ਨਾ ਚਲੰਤੇ। ਅਸੀਂ ਦਿੱਲੀ ਦੇ ਲੋਕ ਬੜੇ ਬੇਵਸ ਹਾਂ। ਜਦੋਂ ਉਹਨਾਂ ਨੇ ਅਜੀਤ ਸਿੰਘ ਨੂੰ ਮਾਰਿਆ, ਭਾਵੇਂ ਉਹਨੇ ਗਲਤੀ ਕੀਤੀ ਸੀ ਸਾਧ ਨੂੰ ਮਾਰ ਕੇ, ਪਰ ਉਹਨਾਂ ਨੇ ਉਸ ਨੂੰ ਬੜੀ ਮਾੜੀ ਮੌਤ ਮਾਰਿਆ। ਮਾਤਾ ਜੀ ਉਸ ਨੂੰ ਫੜ ਕਰਕੇ ਹਾਥੀ ਦੇ ਮਗਰ ਘੜੀਸ ਕੇ ਮਾਰਿਆ ਉਹਨਾਂ ਨੇ। ਇਸ ਕਰਕੇ ਅਸੀਂ ਦਿੱਲੀ ਵਾਲੇ ਸਾਰੇ ਡਰ ਗਏ ਹਾਂ ਵੀ ਪਤਾ ਨਹੀਂ ਕੀ ਹੋਵੇਗਾ। 92 ਸਾਧਾਂ ਨੇ ਉਹ ਸਥਾਨ ਢਾਹ ਕੇ ਆਪਦੀਆਂ ਮਸੀਤਾਂ ਬਣਾ ਦਿੱਤੀਆਂ। ਸੁਨ ਕੇ ਮਾਤ ਸੁੰਦਰੀ ਕਹੇ, ਸ੍ਰੀ ਗੁਰ ਅਸਥ ਕਹਾਂ ਅਬ ਰਹੇ। ਧੰਨ ਗੁਰੂ ਪਾਤਸ਼ਾਹ ਜੀ ਦੀ ਸੁਪਤਨੀ ਮਾਤਾ ਸੁੰਦਰ ਕੌਰ ਜੀ ਕਹਿਣ ਲੱਗੇ ਅਸਥੀਆਂ ਤਾਂ ਉੱਥੇ ਹੀ ਪਈਆਂ ਨਾ। 9ਵੇਂ ਪਾਤਸ਼ਾਹ ਦਾ ਜਿੱਥੇ ਸੰਸਕਾਰ ਹੋਇਆ ਲੱਖੀ ਸ਼ਾਹ ਬੰਜਾਰੇ ਦੇ ਘਰ ਵਿੱਚ, ਉੱਥੇ ਥੱਲੇ ਡੂੰਘਾ ਥਾਂ ਪੱਟ ਕੇ ਉਹ ਸਾਰੀ ਸੁਭਾ ਉੱਥੇ ਹੀ ਨੱਪਤੀ ਸੀ।
ਕਹਿੰਦੇ ਕੋਈ ਗੱਲ ਨਹੀਂ, ਨਿਸ਼ਾਨੀ ਤਾਂ ਆਪਣੀ ਉੱਥੇ ਪਈ ਆ ਹਾਲੇ। ਕਾਢਨ ਕਰੇ ਬਹੁਤ ਹੀ ਨੀਵੇਂ, ਤਿਨ ਤੇ ਪੁਨ ਸਤਿਗੁਰ ਥਲ ਥੀਵੇ। ਕੋਈ ਗੱਲ ਨਹੀਂ, ਉਹਨਾਂ ਨੂੰ ਨੀਵੀਆਂ ਕਰਕੇ ਗੱਡ ਦਿਓ, ਸਮਾਂ ਆਵੇਗਾ, ਗੁਰੂ ਕਿਰਪਾ ਕਰਨਗੇ। ਪੰਥ ਖਾਲਸਾ ਬਿਦਤੈ ਜਾਬੈ, ਇੱਕ ਸਰਦਾਰ ਆਏ ਪੁਨ ਤਬੈ। ਜਦੋਂ ਖਾਲਸਾ ਪੰਥ ਹਜੇ ਬੱਚਾ ਹੈ, ਜਦੋਂ ਜਵਾਨ ਹੋ ਗਿਆ ਫਿਰ ਇੱਕ ਸਰਦਾਰ ਹੋਵੇਗਾ ਐਸਾ। ਸੋ ਤੁਰ ਕੇਸ਼ਰ ਤੇ ਕਹਾਵੇ, ਸਭ ਮਸੀਤ ਕੋ ਦੇ ਟਹਾਵੇ। ਉਹ ਤੁਰਕੇਸ਼ਵਰਾਂ ਨੂੰ, ਮੁਗਲਾਂ ਨੂੰ ਇਹ ਦੱਸੇਗਾ ਕਿ ਇਹ ਸਾਡੇ ਨੌਵੇਂ ਪਾਤਸ਼ਾਹ ਦੇ ਸਥਾਨ ਹਨ, ਤੇ ਉਹ ਮਸੀਤਾਂ ਨੂੰ ਢਾਹ ਕੇ ਦੁਬਾਰਾ ਸਥਾਨ ਬਣਵਾ ਦੇਵੇਗਾ। ਸਤਿਗੁਰ ਆਸਨ ਕਾਢ ਦਿਖਾਵੇ, ਬਹੁਰ ਦੇਹਰਾ ਮਹਿਦ ਬਣਾਵੇ। ਤਸੱਲੀ ਦੇ ਵਾਸਤੇ ਉਹ ਜਗ੍ਹਾ ਦੇ ਵਿੱਚੋਂ ਜਦੋਂ ਉਹ ਪੁਰਾਤਨ ਜਿਹੜੀ ਚਿਖਾ ਪਈ ਆ ਸਾਰੀ ਨੌਵੇਂ ਪਾਤਸ਼ਾਹ ਜੀ ਦੀ, ਜਦੋਂ ਕੱਢ ਕੇ ਦਿਖਾਵੇਗਾ ਫਿਰ ਉੱਥੇ ਸਥਾਨ ਜ਼ਰੂਰ ਬਣਨਗੇ, ਫਿਕਰ ਨਾ ਕਰੋ। ਜੇ ਸਿੱਖ ਸੰਗਤ ਸਭ ਆਏ, ਪ੍ਰਭੂ ਮਨੋਰਥ ਨਿਹਫਲ ਨਾ ਜਾਏ। ਕੋਈ ਨਹੀਂ, ਗੁਰੂ ਦਾ ਮਨੋਰਥ ਹੈ ਜਿਹੜਾ ਉਹ ਨਿਹਫਲ ਨਹੀਂ ਜਾਵੇਗਾ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨਿਹਫਲ ਨਹੀਂ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਸਭ ਕੁਝ ਹੋਵੇਗਾ ਔਰ ਸੰਗਤਾਂ ਬਹੁਤ ਉੱਥੇ ਨਮਸਕਾਰਾਂ ਕਰਨਗੀਆਂ। ਅੱਜ ਗੁਰੂ ਪਿਆਰੋ ਉੱਥੇ ਬੇਅੰਤ ਸੰਗਤਾਂ ਦਿਨ ਚੜ੍ਹਨ ਤੋਂ ਲੈ ਕੇ ਦਿਨ ਛਿਪਦੇ ਤੱਕ 24 ਘੰਟੇ ਉੱਥੇ ਗੁਰੂ ਪਿਆਰਿਓ ਸਿੱਖ ਸੰਗਤਾਂ ਭਜਨ ਬੰਦਗੀ ਕਰਦੀਆਂ ਔਰ ਰਚਨਾ ਲੱਗੀ ਰਹਿੰਦੀ ਹੈ। ਸੁਣ ਦਿਲ ਵਾਲੀ ਰਿਦੇ ਆਨੰਦਤ, ਬਾਰ ਬਾਰ ਮਾਤੇ ਪਦ ਬੰਦਤ। ਦਿੱਲੀ ਦੀ ਸੰਗਤ ਨੂੰ ਬੜੀ ਖੁਸ਼ੀ ਹੋਈ ਕਿ ਮਾਤਾ ਦੇ ਮੁਖ ਤੋਂ ਨਿਕਲਿਆ ਬਚਨ ਵੀ ਆਲਾ ਨਹੀਂ ਜਾਂਦਾ। ਜੇ ਇਹਨਾਂ ਨੇ ਕਹਿ ਦਿੱਤਾ ਤੇ ਸਥਾਨ ਜ਼ਰੂਰ ਬਣਨਗੇ। ਅਬ ਅਜੀਤ ਸਿੰਘ ਕੀਨ ਕੋ ਕਰਮ, ਪਾਏ ਸ਼ਰਾਬ ਕੋ ਪਇਓ ਬੇਸ਼ਰਮ। ਹੁਣ ਅਜੀਤ ਸਿੰਘ ਜਿਸ ਨੇ ਗਲਤੀ ਕੀਤੀ, ਉਹ ਸ਼ਰਾਬ ਪਾ ਕੇ ਗੁਰੂ ਪਿਆਰਿਓ ਬੇਸ਼ਰਮ ਭਾਵ ਬੇਇੱਜ਼ਤਾ ਹੋ ਕੇ, ਭਾਵ ਜਿਹੜਾ ਸੀਗਾ ਉਹਦੇ ਪਹਿਲਾਂ ਕੇਸ ਕੱਢ ਦਿੱਤੇ ਉਹਨਾਂ ਮੁਗਲਾਂ ਨੇ, ਆਪੇ ਕਟਾ ਕੇ ਦੇ ਦਿੱਤੇ ਉਹਨੇ, ਤੇ ਫਿਰ ਉਸ ਨੂੰ ਇਸ ਤਰ੍ਹਾਂ ਮਾਰਿਆ। ਇਹ ਉਹਦੀਆਂ ਗਲਤੀਆਂ ਦਾ ਫਲ ਉਹਨੂੰ ਮਿਲਿਆ। ਹਠੀ ਸਿੰਘ ਪਠ ਪਠ ਗਰਬਾਨੀ, ਮੈਂ ਪੀ ਕਰੋ ਕਾਮ ਨਾ ਠਾਨੀ। ਹੁਣ ਹਠੀ ਸਿੰਘ ਦਾ ਦਿਮਾਗ ਵੀ ਘੁੰਮ ਗਿਆ। ਮਾਤਾ ਤਾਂ ਬਾਣੀ ਪੜ੍ਹਾਉਂਦੀ ਸੀ ਕਿ ਸ਼ਾਇਦ ਇਸ ਰਸਤੇ ਤੇ ਚੱਲ ਪਏ, ਬਾਣੀ ਦਾ ਗਿਆਨ ਲੈ ਲੇ, ਪਰ ਗਿਆਨੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸੁਣ ਕੇ, ਬਾਣੀ ਨੂੰ ਵਿਚਾਰ ਕੇ ਕੀ ਸੋਚਣ ਲੱਗਿਆ? ਪਾਚਬੋ ਰਹੇ ਨਾ ਪਦ ਬਣਿਆਵੈ, ਲਿਖਤ ਵਿਚਾਰਤ ਸਮੋ ਬਿਤਾਵੈ। ਕਹਿੰਦਾ ਮੈਂ ਵੀ ਗੁਰੂ ਪੁੱਤਰਾ, ਮੈਂ ਵੀ ਬਾਣੀ ਰਚੂੰਗਾ। ਕਹੋ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੀਆਂ ਬਖਸ਼ਾਂ ਜਿਹੜੇ ਗੁਰੂ ਕੋਲ ਗਈਆਂ, ਉੱਥੇ ਹੀ ਇਹ ਸਭ ਕਾਰਜ ਹੋਏ ਨੇ। ਬਾਕੀ ਉਹਨਾਂ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਵਿੱਚ ਸ਼ਕਤੀਆਂ ਤਾਂ ਸਨ ਉਸੇ ਤਰ੍ਹਾਂ, ਪਰ ਉਹਨਾਂ ਨੂੰ ਇਹ ਆਗਿਆ ਨਹੀਂ ਸੀ ਕਿ ਇਸ ਬਾਣੀ ਨੂੰ ਕੋਈ ਵੀ ਵੱਧ ਘੱਟ ਕਰ ਦੇਵੇ, ਜਿਵੇਂ ਹਰ ਰਾਏ ਸਾਹਿਬ ਜੀ ਨੇ ਰਾਮ ਰਾਏ ਨੂੰ ਤਿਆਗ ਦੇਣਾ। ਕਹੋ ਸਤਨਾਮ। ਪਾਵਰਾਂ ਘੱਟ ਨਹੀਂ ਸੀਗੀਆਂ, ਆਟੋਮੈਟਿਕ ਬਾਬਾ ਟੱਲ ਰਾਏ ਜੀ ਨੇ ਇੱਕ ਬੱਚਾ ਖੁੰਡੀ ਗਲ 'ਚ ਪਾ ਕੇ ਖੜਾ ਕਰ ਲਿਆ। ਕਹਿੰਦੇ ਖੜਾ ਹੋਏ ਬਾਰੀ ਦੇ, ਕਿਵੇਂ ਸੁੱਤਾ ਪਿਆ। ਇੰਨਾ ਕਹਿੰਦਿਆਂ ਹੀ ਉਹ ਸੱਪ ਲੜ ਕੇ ਮਰਿਆ, ਬੱਚਾ ਜਿਉਂਦਾ ਹੋ ਗਿਆ ਸੀ। ਕਹੋ ਸਤਨਾਮ। ਪਰ ਕਿਸੇ ਨੇ ਆ ਕੇ ਦੱਸਤਾ ਜੀ ਤੁਹਾਡੇ ਬੱਚੇ ਨੇ ਫਲਾਣੇ ਖੱਤਰੀਆਂ ਦਾ ਮੁੰਡਾ ਜਿਉਂਦਾ ਕਰਤਾ। ਤੇ ਛੇਵੇਂ ਪਾਤਸ਼ਾਹ ਨੇ ਤਲਬ ਲਿਆ, ਕਹਿੰਦੇ ਆ ਜਾ ਪੁੱਤਰਾ, ਕੀ ਕਰਕੇ ਆਇਆ? ਕਹਿੰਦੇ ਕੁਛ ਨਹੀਂ ਜੀ। ਨਾ ਖੇਡਾਂ ਵਿੱਚ ਕੋਈ ਜਿਉਂਦਾ ਮੁਰਦਾ ਬੱਚਾ ਜਿਉਂਦਾ ਕੀਤਾ? ਉਹ ਕਹਿੰਦੇ ਹਾਂ ਪਿਤਾ ਜੀ, ਉਹ ਬੱਚਾ ਮੇਰਾ ਦੋਸਤ ਸੀਗਾ, ਉਹ ਮਰ ਗਿਆ ਸੀਗਾ, ਤੇ ਉਹਦੇ ਸਿਰ ਤੇ ਬਾਜੀ ਸੀ, ਦਾਵੀ ਸੀ, ਆਪਣਾ ਖੁਦੋ ਖੁੰਡੀ ਖੇਡਦੇ ਸੀਗੇ ਉਦੋਂ, ਗੁੱਲੀ ਡੰਡਾ, ਇਹੋ ਜਿਹੀਆਂ ਛੋਟੀਆਂ ਖੇਡਾਂ ਬੱਚਿਆਂ ਵਾਲੀਆਂ, ਤੇ ਉਹਦੇ ਸਿਰ ਦਾਵੀ ਸੀ ਤੇ ਉਹ ਪਿਆ ਸੀ, ਤੇ ਘਰ ਦੇ ਕਹਿੰਦੇ ਮਰ ਗਿਆ, ਤੇ ਮੈਂ ਖੁੰਡੀ ਪਾਈ ਕਿਹਾ ਤੇ ਉੱਠ ਕੇ ਬੈਠਾ ਹੋ ਗਿਆ। ਕਹਿੰਦੇ ਪੁੱਤਰ ਇਹ ਗਲਤ ਹੈ, ਆਪਾਂ ਪਰਮੇਸ਼ਰ ਦੇ ਕੰਮ ਵਿੱਚ ਵਿਗੜ ਨਹੀਂ ਪਾਉਣਾ। ਹੁਣ ਉਹਦੇ ਥਾਂ ਤੇ ਜਾਂ ਤੈਨੂੰ ਸਰੀਰ ਤਿਆਗਣਾ ਪਊਗਾ, ਜਾਨ ਦੇ ਵੱਟੇ ਜਾਨ ਦੇਣੀ ਪਊ, ਜਾਂ ਮੈਨੂੰ ਜਾਨ ਦੇਣੀ ਪਊ। ਤੇ ਬਾਬਾ ਅਟਲ ਰਾਏ ਜੀ ਕਹਿੰਦੇ ਨਹੀਂ ਪਿਤਾ ਜੀ, ਫਿਰ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ, ਮੈਨੂੰ ਪਤਾ ਨਹੀਂ ਸੀਗਾ, ਫਿਰ ਇਹ ਮੈਥੋਂ ਗਲਤੀ ਹੋਈ ਹੈ, ਮੈਂ ਹੀ ਸੁਧਾਰਾਂਗਾ। ਤੇ ਗੁਰੂ ਪਿਆਰਿਓ ਮਾਤਾ ਕੌਲਾਂ ਜੀ ਦੇ ਸਰੋਵਰ ਦੇ ਕੋਲ ਜਾ ਕਰਕੇ ਉੱਥੇ ਚੌਂਕੜਾ ਮਾਰ ਕੇ, ਇਸ਼ਨਾਨ ਕਰਕੇ, ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਲੰਮੇ ਪਏ, ਉੱਪਰ ਚੱਦ ਲਈ ਤੇ ਸਰੀਰ ਛੱਡ ਦਿੱਤਾ। ਕਹੋ ਸਤਨਾਮ। ਅੱਜ ਤੱਕ ਉਹ ਨਿਸ਼ਾਨੀ ਬਾਬਾ ਟੱਲ ਰਾਏ ਦਾ ਸਥਾਨ ਹੈ ਸਾਡੇ ਕੋਲ। ਖੈਰ ਇਹ ਹਠੀ ਸਿੰਘ ਕਹਿੰਦਾ ਮੈਂ ਵੀ ਬਾਣੀ ਰਚਿਆ ਕਰਾਂ। ਜ਼ੋਰ ਤਾਂ ਬੜਾ ਲਾਉਂਦਾ ਹੈ ਪਰ ਕੋਈ ਔੜਦਾ ਨਹੀਂ। ਜਬ ਕਰ ਰਹੋ ਸ਼ਬਦ ਨਹਿ ਬਣਿਓ, ਤਬ ਸੋ ਲਿਖਿਓ ਗੁਰੂ ਜੋ ਬਣਿਓ। ਹੁਣ ਕੀ ਕੀਤਾ ਇਸ ਨੇ? ਜਦੋਂ ਇਹਦੇ ਕੋਲੋਂ ਕੋਈ ਸ਼ਬਦ ਨਾ ਬਣਿਆ,
ਇਹ ਵੀ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ। ਪਿੰਗਲ ਇੱਕ ਪੜ੍ਹਾਈ ਆ ਜਿਹਦੇ ਨਾਲ ਗੀਤਾਂ ਨੂੰ, ਸ਼ਬਦਾਂ ਨੂੰ ਲਿਖਿਆ ਜਾਂਦਾ। ਗੀਤ ਲਿਖਣ ਵਾਲਿਆਂ ਨੂੰ ਉਹੇ ਜਿਹੇ ਔੜਨ ਲੱਗ ਜਾਂਦੇ ਆ। ਇਸੇ ਤਰ੍ਹਾਂ ਜਦੋਂ ਇਹਦੇ ਕੋਲੋਂ ਕੋਈ ਸ਼ਬਦ ਨਾ ਬਣਿਆ ਤੇ ਕੀ ਕੀਤਾ ਇਹਨੇ? ਤਿਸ ਮੈਂ ਸ਼੍ਰੀ ਨਾਨਕ ਕੋ ਨਾਮ, ਸੋਨਾ ਲਿਖਤ ਪਿਓ ਤਿਸ ਠਾਮ। ਗੁਰਬਾਣੀ ਨੂੰ ਲਿਖਣ ਲੱਗਿਆ। ਜਿਹੜੇ ਗੁਰੂ ਸਾਹਿਬਾਂ ਦੇ ਸ਼ਬਦ ਸੀਗੇ, ਜਿੱਥੇ ਨਾਨਕ ਨਾਮ ਆਉਂਦਾ ਸੀ ਸ਼ਬਦ ਤਾਂ ਪੂਰਾ ਉਹੀ ਲਿਖ ਲੈਂਦਾ, ਪਰ ਜਿੱਥੇ ਨਾਨਕ ਆਉਂਦਾ ਆਪਣੋ ਨਾਮ ਤਹਾ ਲਿਖ ਦੀਨ, ਸਿੱਖਨ ਪਾਸ ਸੁਨਾਵਨ ਕੀਨ। ਉਹ ਜਿੰਨੇ ਕੁ ਚੇਲੇ ਬਾਲਕੇ ਦੇ ਮਗਰ ਲੱਗੇ ਸੀ ਸਾਰੇ ਸਿੱਖ ਨਹੀਂ, ਜਿਹੜੇ ਇਹਦੇ ਨਾਲ ਜੁੜੇ ਹੋਏ, ਜਿਵੇਂ ਅਜੀਤ ਸਿੰਘ ਨੇ 60 ਬੰਦੇ ਰੱਖੇ ਸੀਗੇ ਜਿਹੜੇ ਇਹਨੂੰ ਬਾਬਾ ਜੀ ਕਰਦੇ ਸੀਗੇ, ਉਹਨਾਂ ਨੂੰ ਇਹ ਸੁਣਾਉਂਦਾ ਹੈ ਤੇ ਕਹਿੰਦਾ ਦੇਖੋ ਉਹਨਾਂ ਸ਼ਬਦਾਂ ਵਿੱਚ ਨਾਨਕ ਪਦ ਕੱਟ ਕੇ ਹੱਥੀਂ ਲਿਖਣ ਲੱਗਿਆ ਹੈ। ਤਕ ਦਿਵਸ ਕਰਤੇ ਮਪੇ ਹੋ, ਇੱਕ ਸਿੱਖ ਨਿਕਟ ਮਾਤ ਕੇ ਕਹਿਓ। ਹੁਣ ਗੁਰੂ ਪਿਆਰੋ ਵਿੱਚੋਂ ਹੀ ਜਾਗਰਤ ਸਿੱਖ ਵੀ ਹੁੰਦੇ ਆ। ਜਿਸ ਤਰ੍ਹਾਂ ਬਾਹਰਲੇ ਦੇਸ਼ ਵੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਪਿਆਰਿਓ ਆਪਦੀ ਮਰਜ਼ੀ ਨਾਲ ਲਗਾ ਮਾਤਰਾ ਵਧਾ ਘਟਾ ਦਿੱਤੀਆਂ। ਭਾਈ ਗੁਰਦਾਸ ਜੀ ਨੇ ਕਿਹਾ ਸੀਗਾ ਪਾਤਸ਼ਾਹ ਜੀ ਨੂੰ, ਮਹਾਰਾਜ ਕਈ ਥਾਵਾਂ ਤੇ ਬਿੰਦੇ ਲੱਗਦੇ ਆ, ਬਿੰਦੀਆਂ ਲੱਗਦੀਆਂ ਤੇ ਤੁਸੀਂ ਲਵਾਈਆਂ ਨਹੀਂ। ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਭਾਈ ਸਾਹਿਬ ਜੀ, ਸਿੱਖ ਸਿਆਣੇ ਹੋਣਗੇ, ਜਿੱਥੇ ਬਿੰਦੀ ਦੀ ਲੋੜ ਪਊਗੀ ਉਚਾਰ ਲਿਆ ਕਰਨਗੇ। ਕਿਉਂਕਿ ਗੁਰੂ ਪਿਆਰਿਓ ਕਿਸੇ ਇਲਾਕੇ ਵਿੱਚ ਬਿੰਦੀ ਲਾ ਕੇ ਜਿਹੜਾ ਸ਼ਬਦ ਬੋਲਿਆ ਜਾਂਦਾ ਹੈ, ਉਹੀ ਦੂਜੇ ਇਲਾਕੇ 'ਚ ਬਿਨਾਂ ਬਿੰਦੀ ਤੋਂ ਵੀ ਬੋਲਿਆ ਜਾਂਦਾ। ਕੋਈ ਸਤਨਾਮ। ਚੰਗਿਆਈਆਂ ਬੁਰਾਈਆਂ ਆਪਣੇ ਬਿੰਦੀ ਲਾ ਕੇ ਸਮਝ ਆਉਂਦੀ ਹੋ ਸਕਦਾ ਕਿਸੇ ਇਲਾਕੇ 'ਚ ਬਿੰਦੀ ਤੋਂ ਬਗੈਰ ਸਮਝ ਆਉਂਦੀ ਹੋਵੇ। ਕੋਈ ਸਤਨਾਮ। ਇਸ ਕਰਕੇ ਸਤਿਗੁਰਾਂ ਨੇ ਉਹ ਬਿੰਦੀਆਂ ਲਾਈਆਂ ਨਹੀਂ। ਤੇ ਜਦੋਂ ਉਸਨੇ ਕੁਝ ਸਰੂਪ ਇਸ ਤਰ੍ਹਾਂ ਛਾਪ ਦਿੱਤੇ ਤੇ ਫਿਰ ਪਤਾ ਲੱਗਿਆ ਜਾਗਤ ਸਿੱਖਾਂ ਨੂੰ, ਰੌਲਾ ਪੈ ਗਿਆ। ਫਿਰ ਉਹ ਸਰੂਪ ਕੈਂਸਲ ਕਰਵਾਏ ਵੀ ਇਹ ਗਲਤ ਹੈ, ਤੂੰ ਇਹਦੇ ਵਿੱਚ ਹਸਤਕਸ਼ੇਪ ਨਹੀਂ ਕਰ ਸਕਦਾ। ਜੋ ਗੁਰੂ ਨੇ ਲਿਖ ਦਿੱਤਾ ਇਸ ਨੂੰ ਕੋਈ ਵੀ ਵੱਧ ਘੱਟ ਨਹੀਂ ਕਰ ਸਕਦਾਗਾ। ਹਰ ਵਾਰ ਰਾਗ ਪੂਰਾ ਹੋਣ ਤੇ ਵਾਰ ਆਉਂਦੀ ਹੈ, ਵਾਰ ਪੂਰੀ ਹੋਣ ਤੇ ਅਖੀਰ ਤੇ ਲਿਖਿਆ ਸ਼ੁੱਧ। ਬਈ ਠੀਕ ਆ, ਇਹਨੂੰ ਸੁਧਾਰਨ ਨਾ ਲੱਗ ਜਾਓ, ਮੈਂ ਠੀਕ ਕੀਤਾ। ਜਾਂ ਕਿਤੇ ਲਿਖਿਆ ਸ਼ੁੱਧ ਕੀਤੇ, ਵੀ ਸ਼ੁੱਧ ਕੀਤੇ ਹੋਏ ਆ, ਇਹ ਸ਼ੁੱਧ ਹਨ, ਇਹਨਾਂ ਨੂੰ ਛੇੜਨ ਦੀ ਲੋੜ ਨਹੀਂ। ਪਰ ਮਨੁੱਖ ਜਿਹੜਾ ਗਲਤੀਆਂ ਤਾਂ ਕੱਢ ਸਕਦਾ, ਸੁਧਾਰ ਨਹੀਂ ਸਕਦਾ। ਕਿਸੇ ਪੇਂਟਰ ਨੇ ਫੋਟੋ ਬਣਾ ਕੇ ਲਾਤੀ ਚਰਸਤੇ 'ਚ, ਉੱਤੇ ਲਿਖਤਾ ਇਹ ਫੋਟੋ ਵਿੱਚ ਕੋਈ ਗਲਤੀ ਕੱਢੋ। ਬਸ ਫਿਰ ਕੀ, ਜਿਹੜਾ ਟੱਪੇ ਗਲਤੀ ਨਿਗਾਹ ਮਾਰਦੇ ਆ, ਆਪਣੀ ਮਤ ਮੁਤਾਬਕ ਗਲਤੀ ਵੇਖਦੇ ਆ, ਸਹੀ ਲਾ ਦਿੰਦੇ ਆ। ਆਥਣ ਨੂੰ ਸਾਰੀ ਫੋਟੋ ਸਹੀਆਂ ਲਾ ਕੇ ਭਰਤੀ, ਇੱਥੇ ਆਹ ਗਲਤੀ, ਇੱਥੇ ਆਹ ਗਲਤੀ ਹੈ। ਦੂਜੇ ਦਿਨ ਨਵੀਂ ਫੋਟੋ ਲਾ ਗਿਆ ਪੇਂਟਰ, ਕਹਿੰਦਾ ਵੀ ਜਿਹੜੀਆਂ ਗਲਤੀਆਂ ਦੱਸੀਆਂ ਤੁਸੀਂ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ। ਕਿਵੇਂ ਕੱਢੀਏ? ਫਿਰ ਕੋਈ ਨਹੀਂ ਆਇਆਗਾ। ਕਹੋ ਸਤਨਾਮ। ਇਸ ਕਰਕੇ ਦੁਨੀਆ ਗਲਤੀ ਦਾ ਪੂਤਲਾ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ, ਰਾਮ ਪਾਲੇ ਅਕਿਰਤ ਘਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹਨ। ਇਸ ਕਰਕੇ ਇਹ ਹੱਠੀ ਨੇ ਹੁਣ ਕੀ ਕੀਤਾ? ਅਜੀਤ ਸਿੰਘ ਦੇ ਪੁੱਤਰ ਨੇ ਨਾਨਕ ਪਦ ਕੱਟ ਕੇ ਉੱਥੇ ਆਪਣਾ ਨਾਮ ਲਿਖਣਾ ਕੀਤਾ ਤੇ ਆਪਣੇ ਸਿੱਖਾਂ ਨੂੰ ਸੁਣਾਉਂਦਾ ਪੜ੍ਹ ਕੇ। ਨਾਨਕ ਕੋ ਨਾਮ ਹਟਾਏ, ਤਿਸ ਤਲ ਆਪਣਾ ਲਿਖੇ ਬਣਾਏ। ਔਰ ਕਿਸੇ ਜਾਗਤ ਸਿੱਖ ਨੂੰ ਪਤਾ ਲੱਗ ਗਿਆ, ਜਿਹੜਾ ਉਹਦੇ ਮਗਰ ਨਹੀਂ ਸੀ ਲੱਗਿਆ ਹੋਇਆ। ਉਹ ਮਾਤਾ ਸੁੰਦਰੀ ਜੀ ਕੋਲ ਗਿਆ, ਮਾਤਾ ਜੀ ਆਹ ਦੇਖੋ ਤੁਹਾਡੇ ਆ ਪੋਤਰੇ ਦੀ ਕਰਤੂਤ। ਕੀ? ਜਿਹੜੀ ਬਾਣੀ ਗੁਰੂ ਸਾਹਿਬਾਂ ਨੇ ਰਚੀ ਆ ਉਹਨੂੰ ਆਪਣੇ ਕਾਪੀਆਂ ਕਾਗਜ਼ਾਂ ਤੇ ਲਿਖਦਾ ਤੇ ਨਾਨਕ ਪਦ ਕੱਟ ਕੇ ਉੱਥੇ ਹੱਥੀ ਆਪਦਾ ਨਾਮ ਲਿਖੀ ਜਾਂਦਾ। ਸਿੱਖਨ ਕੋ ਉਪਦੇਸ਼ਤ ਫੇਰਾ, ਇਸ ਵਿਦ ਪੜੋ ਲਿਖੋ ਬਹੁ ਬੇਰਾ। ਔਰ ਕਹਿਣ ਲੱਗਿਆ ਬਸ ਬਈ ਹੁਣ ਇੱਥੇ ਨਾਨਕ ਨਹੀਂ ਬੋਲਣਾ, ਹੱਥੀ ਬੋਲਣਾ ਹੈ। ਕਹੋ ਸਤਨਾਮ। ਇਸ ਤਰ੍ਹਾਂ ਲਿਖ ਕੇ ਕਿਤਾਬਾਂ ਛਾਪੋ। ਉਦੋਂ ਹੱਥ ਨਾਲ ਲਿਖਤ ਹੁੰਦੀ ਸੀ, ਅੱਜ ਤਾਂ ਪ੍ਰੈਸਾਂ ਲੱਗ ਗਈਆਂ। ਤੇ ਗੁਰੂ ਪਿਆਰਿਓ ਉਹ ਸਿੱਖ ਨੇ ਜਾ ਕੇ ਦੱਸਿਆ, ਨਾਲੇ ਆਪਦੇ ਸਾਥੀਆਂ ਨੂੰ ਕਹਿੰਦਾ ਇਸ ਤਰ੍ਹਾਂ ਪੜ੍ਹਿਆ ਕਰੋ, ਇਸ ਤਰ੍ਹਾਂ ਲਿਖਿਆ ਕਰੋ। ਹੁਣ ਸੁਣਤ ਸੁੰਦਰੇ ਨਿਕਟ ਹਕਾਰਾ, ਤਰਜੇ ਰਿਸ਼ਤੇ ਬਾਗੂ ਚਾਰਾ। ਮਾਤਾ ਜੀ ਵੀ ਹੁਣ ਅਕਸਰ ਗੁਰੂ ਸੁਪਤਨੀ ਆ, ਉਹ ਵੀ ਸਭ ਜਾਣਦੇ ਹਨ ਕਿ ਇਸ ਬਾਣੀ ਨੂੰ ਛੇੜਨ ਦਾ ਕਿਸੇ ਨੂੰ ਹੱਕ ਨਹੀਂ ਹੈ। ਇਹ ਸਾਰੇ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਰੱਖੇ ਹੋਏ ਆ। ਸੱਦ ਲਿਆ, ਹਾਂ ਬਈ ਪੁੱਤਰਾ, ਮੈਂ ਸੁਣਿਆ ਤੂੰ ਆ ਕੀ ਕਰਨ ਲੱਗੇ ਆ? ਬਾਣੀ ਦੇ ਸ਼ਬਦਾਂ ਵਿੱਚ ਨਾਨਕ ਪਦ ਕੱਟ ਕੇ ਆਪਦਾ ਨਾਮ ਲਿਖੀ ਜਾਂਦਾ। ਸ਼੍ਰੀ ਸਤਿਗੁਰ ਮਹਿਮਾਨਾ ਵਿਚਾਰੇ। ਤੈਨੂੰ ਗੁਰੂ ਦੀ ਮਹਿਮਾ ਦਾ ਪਤਾ ਨਹੀਂ ਹੈਗਾ ਪੁੱਤਰਾ, ਇਹ ਤੂੰ ਗਲਤ ਕਰ ਰਿਹਾ ਹੈ, ਇਹ ਠੀਕ ਨਹੀਂ ਹੈ।
ਜੋ ਗੁਰੂ ਸਾਹਿਬਾਨ ਨੇ ਲਿਖ ਦਿੱਤਾ ਉਹ ਗੁਰੂ ਸਾਹਿਬ ਹੀ ਜਾਣਦੇ ਆ। ਜੋਤ ਜਾਗਤੀ ਜਾਹਰ ਜਿਨ ਕੀ ਚਾਹ ਪੁੰਟਨ ਮੈਂ ਮਹਿਮਾ ਤਿਨ ਕੀ। ਇਹ ਗੁਰਬਾਣੀ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਭਾਉ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬਾਣੀ ਦੀ ਮਹਿਮਾ ਲਿਖੀ ਆਪਣੀਆਂ ਪੌੜੀਆਂ ਵਿੱਚ, ਆਪਣੀਆਂ ਵਾਰਾਂ ਦੇ ਵਿੱਚ। ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਲਿਖਿਆ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਸੇ ਤਰ੍ਹਾਂ ਹੋਰ ਬੇਅੰਤ ਬਚਨ ਸਤਿਗੁਰਾਂ ਨੇ ਇਸ ਬਾਣੀ ਦੀ ਮਹਿਮਾ ਵਿੱਚ ਲਿਖਿਆ ਕਿ ਕੋਈ ਬਾਣੀ ਦੇ ਅੰਦਰ ਛੇੜਛਾੜ ਨਾ ਕਰੇ। ਕੋ ਸਤਨਾਮ। ਜੋ ਲਿਖਿਆ ਗੁਰੂ ਸਾਹਿਬਾਨ ਨੇ ਠੀਕ ਲਿਖਿਆ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਹਨ, ਜਿਨ ਪਉ ਅਦਬ ਨ ਬਾਣੀ ਧਾਰਾ ਸੋ ਸਿੱਖ ਜਾਣੋ ਨਾਹੀਂ ਹਮਾਰਾ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਨੂੰ ਲਿਖਦਿਆਂ ਹੋਇਆਂ ਹਰ ਸ਼ਬਦ ਦੇ ਮਗਰ ਅੰਕੜਾ ਲਾਇਆ, ਗਿਣਤੀ ਲਿਖੀ ਆ, ਕਿਹੜੇ ਗੁਰੂ ਦੇ ਕਿੰਨੇ ਸ਼ਬਦ ਹੈ ਇਹ ਵੀ ਲਿਖਿਆ। ਅਖੀਰ ਤੇ ਸਾਰੀ ਬਾਣੀ 'ਚ ਕਿੰਨੇ ਸ਼ਬਦ ਹੈ ਤਾਂ ਕਿ ਇਹ 'ਚ ਕੋਈ ਮਿਲਾਵਟ ਨਾ ਕਰ ਸਕੇ, ਕੋਈ ਰਲਾ ਨਾ ਪਾ ਸਕੇ। ਖੈਰ ਮਾਤਾ ਜੀ ਨੇ ਉਹਨੂੰ ਝਿੜਕਣਾ ਕੀਤਾ, ਇਹ ਜਾਗਤ ਜੋਤ ਹੈ, ਇਸ ਨੂੰ ਐਵੇਂ ਕਿਤਾਬ ਨਾ ਸਮਝ ਲਿਓ। ਜੇ ਸਿਮਰੇ ਸਿੱਖ ਧਰ ਧਰ ਪਾਏ ਪੁਰਵੇ ਕਾਰਜ ਹੋਏ ਸਹਾਏ। ਜਿਹੜੇ ਸਿੱਖ ਇਸ ਗੁਰਬਾਣੀ ਨਾਲ ਜੁੜਦੇ ਹਨ, ਪ੍ਰੇਮ ਭਾਵਨਾ ਨਾਲ ਸਿਮਰਦੇ ਹਨ, ਉਹਨਾਂ ਦੇ ਸਾਰੇ ਕਾਰਜ ਰਾਸ ਹੁੰਦੇ ਆ। ਤਿਨ ਕੋ ਨਾਮ ਹਟਾਵਨ ਕਰੈ ਤਾਹਾ ਮੂੜ ਲਿਖੇ ਆਪਣੋ ਧਰੈ। ਤੇ ਮੂਰਖਾ ਤੂੰ ਨਾਨਕ ਜੋਤ ਹੈ, ਨਾਨਕ ਜੀ ਦਾ ਸ਼ਬਦ ਹੈ ਜੋਤ ਆ। ਅਕਾਲ ਪੁਰਖ ਆਪ ਆਏ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਉਹ ਜੋਤ ਨੂੰ ਨਾਨਕ ਸਰੀਰ ਨੇ ਗੁਰੂ ਅੰਗਦ ਸਰੀਰ ਵਿੱਚ ਰੱਖਿਆ ਹੈ। ਤੇ ਇਸੇ ਤਰ੍ਹਾਂ ਅੱਗੇ ਤੋਂ ਅੱਗੇ 10ਵੇਂ ਪਾਤਸ਼ਾਹ ਨੇ ਉਹ ਜੋਤ ਪੰਜਾਂ ਪਿਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤੀ ਆ। ਕੋ ਸਤਨਾਮ। ਇਸ ਕਰਕੇ ਮਾਤਾ ਜੀ ਕਹਿੰਦੇ, ਪੁੱਤਰਾ ਇਹ ਗਲਤ ਕਰ ਰਿਹਾ ਹੈ, ਤੂੰ ਗੁਰੂ ਦਾ ਨਾਮ ਹਟਾ ਕੇ ਮੂਰਖਾ ਆਪ ਦਾ ਨਾਮ ਲਿਖਣ ਲੱਗਿਆ ਹੈ। ਪਰਖਨ ਹਾਰ ਜੇ ਹੈ ਸਿੱਖ ਸਿਆਣੇ ਸੋ ਕਿਆ ਨਹੀਂ ਪਰਖ ਕਰ ਜਾਣੇ। ਤੇਰਾ ਕੀ ਖਿਆਲ ਹੈ ਕਿ ਸਿੱਖ ਤੇਰੇ ਮਗਰ ਲੱਗ ਜਾਣਗੇ, ਤੇਰਾ ਨਾਮ ਪੜ੍ਹਨ ਲੱਗ ਜਾਣਗੇ? ਪੜ੍ਹਨ ਵਾਲੇ ਸਿੱਖ ਬਹੁਤ ਸਿਆਣੇ ਆ, ਉਹ ਸਭ ਜਾਣਦੇ ਆ। ਜਿੱਥੇ ਵੀ ਕੋਈ ਮਿਲਾਵਟ ਆ ਗਈ ਉੱਥੇ ਹੀ ਕੱਢ ਕੇ ਪਰੇ ਮਾਰਨਗੇ ਮੱਖੀ ਵਾਂਗੂ। ਤੂੰ ਗਲਤ ਕਰ ਰਿਹਾ ਹੈ, ਇਹ ਕੰਮ ਠੀਕ ਨਹੀਂ ਹੈ। ਨਿੰਦਾ ਤੇਰੀ ਕਰੇ ਕੋ ਕਰਮੀ ਚਾਹਤ ਚਾਤੁਰ ਬਣਿਓ ਬੇਸ਼ਰਮੀ। ਤੇ ਨਾਲੇ ਤੈਨੂੰ ਮਾੜਾ ਕਹਿਣਗੇ। ਗੁਰੂ ਪਿਆਰਿਓ, ਤੂੰ ਆਪਣੇ ਆਪ ਵਿੱਚ ਬੜਾ ਚਲਾਕ ਬਣਨਾ ਚਾਹੁੰਦਾ ਹੈ, ਪਰ ਤੂੰ ਚਲਾਕ ਨਹੀਂ, ਬੇਸ਼ਰਮ ਭਾਵ ਬੇਇੱਜ਼ਤਾ ਹੋਵੇਂਗਾ, ਤੇਰੀ ਇੱਜ਼ਤ ਖਤਮ ਹੋ ਜਾਣੀ ਆ। ਸੁਣ ਪਿਖ ਸੀਸ ਨਿਵਾਹੈ ਜਿਨ ਕੋ ਸੁਭ ਮਤ ਲਖੇ ਮਹਾਤਮ ਤਿਨ ਕੋ। ਸਾਰਾ ਸੰਸਾਰ ਇਸ ਬਾਣੀ ਨੂੰ ਮੱਥਾ ਟੇਕਦਾ ਹੈ ਔਰ ਸਾਰਾ ਸ੍ਰਿਸ਼ਟੀ ਜਿਹੜੀ ਹੈ ਇਸ ਦੇ ਅੱਗੇ ਝੁਕਦੀ ਹੈ। ਚੰਗੀ ਮੱਤ ਵਾਲੇ, ਉੱਚੀ ਮੱਤ ਵਾਲੇ ਇਸ ਬਾਣੀ ਦੇ ਮਹਾਤਮ ਨੂੰ ਜਾਣਦੇ ਆ। ਪਾਲਿਓ ਨੀਠ ਨੀਠ ਲਖ ਈਠ ਬੜੋ ਹੋਏ ਨਿਕਸਿ ਵਸ ਢੀਠ। ਮੂਰਖਾ ਤੈਨੂੰ ਮੈਂ ਆਏ ਪਾਲ ਕੇ ਤਾਂ ਐਡਾ ਵੱਡਾ ਨਹੀਂ ਕੀਤਾ, ਤੂੰ ਵੀ ਢੀਠ ਹੀ ਨਿਕਲਿਆ ਪਿਓ ਵਰਗਾ। ਕੌਸਤ ਨਿਕਲ ਜਾਂਦਾ ਮੂੰਹ ਚੋਂ ਕੁਦਰਤੀ, ਜਦੋਂ ਉਸ ਲੱਛਣਾਂ ਤੇ ਚੱਲਦਾ ਕੋਈ ਤਾਂ ਨਿਕਲ ਹੀ ਜਾਂਦਾ। ਇਹ ਤਾਂ ਜਮਾ ਆਪਣੇ ਬਾਪ ਤੇ ਗਿਆ। ਕਹਿਣ ਲੱਗੀ, ਮਾਤਾ ਤੈਨੂੰ ਮੈਂ ਮਸਾਂ ਮਸਾਂ ਪਾਲ ਕੇ ਵੱਡਾ ਕੀਤਾ, ਪਾਲ ਪੋਸ ਕੇ, ਤੇ ਤੂੰ ਵੱਡਾ ਹੋ ਕੇ ਕਿਹੋ ਜਿਹਾ ਢੀਠ ਮੂਰਖ ਨਿਕਲਿਆ। ਇਤੇ ਆਦਿਕ ਦੁਰਭਾਗ ਕਨੇਰੇ ਕਹਿ ਕਰ ਤਰਜਨ ਕੀਨ ਬਡੇਰੇ। ਤੇ ਮਾਤਾ ਜੀ ਨੇ ਇਸ ਨੂੰ ਫਿਰ ਝਿੜਕਿਆ, ਸਮਝਾਇਆ ਵੀ ਇਹ ਕੰਮ ਨਹੀਂ ਕਰਨਾ। ਸੁਨਤ ਹਠੀ ਸਿੰਘ ਕਰਤ ਬਤਾਵਨਾ ਮੈਂ ਤੋ ਕੀਨੇ ਨਏ ਬਣਾਵਨਾ। ਔਰ ਇਹ ਅੱਗੋਂ ਕਹਿੰਦਾ, ਨਹੀਂ ਮਾਤਾ ਜੀ ਮੈਂ ਤਾਂ ਆਪਦੇ ਤੌਰ ਤੇ ਨਵੇਂ ਸ਼ਬਦ ਲਿਖੇ ਆ। ਸੁਨੋ ਮਾਤ ਜੀ ਤੁਮਰੇ ਪਾਸ ਕਰਿਓ ਕਿ ਸੋਨੇ ਕੂਰ ਪ੍ਰਕਾਸ਼। ਇਹ ਤਾਂ ਮਾਤਾ ਜੀ ਕਿਸੇ ਨੇ ਤੁਹਾਡੇ ਕੋਲੇ ਐਵੇਂ ਝੂਠ ਬੋਲਤਾ। ਇਮ ਕਹਿ ਡਿਗਤੇ ਉੱਠ ਕਰ ਗਏ ਹੋ ਮਾਤ ਬ੍ਰਿਧਾ ਲਖ ਗਰਭਤ ਪਿਓ। ਇਹਨਾਂ ਕਹਿ ਕੇ ਉੱਠ ਕੇ ਚਲਾ ਗਿਆ। ਤੇ ਨਾਲੇ ਕਈ ਵਾਰੀ ਜਵਾਕਾਂ ਨੂੰ ਬਜ਼ੁਰਗ ਦਰਵਾਜ਼ੇ 'ਚ ਬੈਠੇ ਮਾਰਦੇ ਮਾਰਦੇ, ਪੁੱਤ ਪਾਣੀ ਫੜਾਈ, ਔਰ ਚੱਲ ਚੱਲ, ਇਹ ਤਾਂ ਐਵੇਂ ਬੋਲੀ ਜਾਂਦਾ, ਬੁੜਾ ਹੋ ਗਿਆ। ਇਹ ਸੋਚ ਕੇ ਹਾਠੀ ਸਿੰਘ ਵੀ ਮਾਤਾ ਨੂੰ ਵੱਡੀ ਉਮਰ ਹੋ ਗਈ ਹੈ, ਇਹਨੂੰ ਕੀ ਪਤਾ ਮੈਂ ਸਿਆਣਾ, ਇੰਨਾ ਕਹਿ ਕੇ ਭੱਜ ਗਿਆ। ਕਹਿੰਦਾ ਮੈਂ ਤਾਂ ਨਵੇਂ ਲਿਖੇ ਆ। ਪਰ ਜੋ ਕਛੁ ਨਾ ਮਨ ਮੇ ਆਨਾ ਤਿਮਹੀ ਬਹੁਰ ਕਰਨ ਕੋ ਠਾਨਾ। ਗੁਰੂ ਗ੍ਰੰਥ ਸਾਹਿਬ ਤਾਂ ਨਵਾਂ ਬਣਾ ਨਹੀਂ ਸਕਦਾ ਸੀ,
ਪਰ ਗੁਰੂ ਪਿਆਰੋ ਜਦੋਂ ਕਿਤਾਬਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਕਰਕੇ ਧਰ ਦੇਵੇਗਾ ਤਾਂ ਨਵੇਂ ਪੋਸ਼ ਨੂੰ ਕੀ ਪਤਾ ਲੱਗੇਗਾ। ਜਿਸ ਤਰ੍ਹਾਂ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਤਿਗੁਰੂ ਅਰਜਨ ਦੇਵ ਜੀ ਨੂੰ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਪਤਾ ਕੀ ਹੋ ਰਿਹਾ? ਕਹਿੰਦੇ ਕੀ ਹੋ ਗਿਆ? ਕਹਿੰਦੇ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਹੈ ਨਾ ਮਿਹਰਬਾਨ, ਉਹ ਕਾਪੀਆਂ ਲੈ ਕੇ ਖਾਲੀ ਕਿਤਾਬਾਂ ਲੈ ਕੇ ਵਰਕੇ ਲੈ ਕੇ ਉਹਨਾਂ ਵਿੱਚ ਆਪਣੀ ਮਨਮਰਜ਼ੀ ਦੇ ਸ਼ਬਦ ਲਿਖੀ ਜਾਂਦਾ ਤੇ ਥੱਲੇ ਨਾਨਕ ਲਿਖ ਦਿੰਦਾ। ਮਤਲਬ ਮਨਮਰਜ਼ੀ ਦੇ ਸ਼ਬਦ ਲਿਖ ਕੇ ਪਦ ਨਾਨਕ ਪਾ ਦਿੰਦਾ ਵੀ ਸ਼ਾਇਦ ਮੇਰੀ ਬਾਣੀ ਵੀ ਵਿੱਚੇ ਚੜ ਜਾਊਗੀ। ਕਹੋ ਸਤਿਨਾਮ। ਕੁਛ ਕਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਗਤ ਨੂੰ ਭੁਲੇਖਾ ਪੈ ਜਾਊਗਾ ਵੀ ਅਸਲੀ ਕਿਹੜੀ ਹੈ ਤੇ ਨਕਲੀ ਕਿਹੜੀ ਆ। ਅੱਛਾ ਭਾਈ ਗੁਰਦਾਸ ਐਡੀ ਗੱਲ ਹੈ, ਕਰਦੇ ਆ ਇੰਤਜ਼ਾਮ। ਉਸੇ ਵੇਲੇ ਹੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਤੋਂ ਚਾਰੇ ਪੋਥੀ ਸਾਹਿਬਾਨ ਲੈ ਕੇ ਆਂਦੇ ਔਰ ਫਿਰ ਹਰਿਮੰਦਰ ਸਾਹਿਬ ਜਿੱਥੇ ਹੁਣ ਪ੍ਰੈਸ ਲੱਗੀ ਹੋਈ ਆ ਅੰਮ੍ਰਿਤਸਰ ਸਾਹਿਬ, ਰਾਮ ਤਲਾਈ ਦੇ ਕੋਲ ਬੈਠ ਕੇ ਗੁਰਦੁਆਰਾ ਰਾਮਸਰ ਸਾਹਿਬ ਹੈ ਜਿਸ ਦਾ ਨਾਮ, ਉੱਥੇ ਛੋਟੀ ਜੀ ਰਾਮ ਤਲਾਈ ਭਾਵ ਛਪੜੀ ਸੀ। ਉਹ ਛਪੜੀ ਨੂੰ ਸਾਫ਼ ਕਰਵਾ ਕੇ ਉਹ ਸਾਫ਼ ਪਾਣੀ ਪਵਾਇਆ, ਉੱਥੇ ਤੰਬੂ ਲਾ ਕੇ ਫਿਰ ਭਾਈ ਗੁਰਦਾਸ ਜੀ ਨੂੰ ਲਖਾਰੀ ਬਣਾ ਕੇ ਸਾਰੀ ਬਾਣੀ ਗੁਰੂ ਸਾਹਿਬ ਜੀ ਦੀ ਇੱਕ ਜਲਦ ਵਿੱਚ ਕਰ ਦਿੱਤੀ। ਪਾਤਸ਼ਾਹ ਕਹਿੰਦੇ ਲਓ ਹੁਣ ਜਿੰਨੇ ਮਰਜ਼ੀ ਕੋਈ ਲਿਖ ਲੈ ਰੱਖੀ ਜਾਵੇ, ਹੁਣ ਇਹ 'ਚ ਮਿਲਾਵਟ ਨਹੀਂ ਹੋ ਸਕੂਗੀ। ਕਹੋ ਸਤਿਨਾਮ। ਬੀੜ ਸਾਹਿਬ ਜਿਸ ਨੂੰ ਅਸੀਂ ਕਹਿੰਦੇ ਸੀ ਪਹਿਲਾਂ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਸਾਡੇ ਸਾਹਮਣੇ, ਤਾਂ ਉਸ ਵੇਲੇ ਲਿਖਦੇ ਆ ਬੀੜਨਾ ਹੁੰਦਾ ਬੰਨਣਾ, ਇੱਕ ਥਾਂ ਤੇ ਇਕੱਠਾ ਕਰ ਦੇਣਾ। ਜਿਹੜੀ ਆਪਣੀ ਬਾਣੀ ਰਚੀ ਉਹ ਵੀ ਵਿੱਚ ਪਾ ਦਿੱਤੀ, ਜਿਹੜੀ ਪਹਿਲੇ ਗੁਰੂਆਂ ਦੀ ਸੀ ਉਹ ਵਿੱਚ ਪਾਤੀ, ਭਗਤਾਂ ਦੀ ਵੀ ਵਿੱਚ ਪਾ ਦਿੱਤੀ। ਪਰ ਜਿਹੜੀ ਹੋਰ ਹੰਕਾਰੀ ਸ਼ਬਦ ਸਨ, ਜਿਵੇਂ ਲਾਹੌਰ ਦੇ 4 ਫਕੀਰ ਆਏ, ਕਹਿੰਦੇ ਸਾਡੀ ਬਾਣੀ ਵੀ ਲਿਖੋ। ਪਾਤਸ਼ਾਹ ਕਹਿੰਦੇ ਦੱਸੋ, ਲਿਖੋ। ਉਹੀ ਰੇ ਮੈਂ ਉਹੀ ਰੇ, ਵੇਦ ਪੁਰਾਣ ਜਸ ਗੁਣ ਗਾਵਤ, ਮੈਂ ਉਹੀ ਰੱਬ ਹਾਂ ਜਿਹਨੂੰ ਵੇਦ ਗਾਉਂਦੇ ਆ। ਬਾਬਾ ਕਹਿੰਦੇ ਪਰੇ ਕਰ ਲਾ, ਇਹ ਨਹੀਂ ਲਿਖਿਆ ਜਾਂਦਾ, ਇਹ 'ਚ ਹੰਕਾਰ ਝਲਕਦਾ ਹੈ। ਚੁੱਪ ਕਰਾਤਾ। ਦੂਜੇ ਨੇ ਪੁੱਛਿਆ ਤੂੰ ਦੱਸ, ਕਹਿੰਦਾ ਲਿਖੋ ਜੀ। ਕੀ ਇਸਤਰੀ ਦੇ ਦਰਸ਼ਨ ਨਾ ਕਰੋ, ਇਹ ਨਰਕਾਂ ਨੂੰ ਲੈ ਜਾਂਦੀ ਹੈ। ਕਹਿੰਦੇ ਇਹਨੂੰ ਪਰੇ ਕਰ ਦੇ, ਇਹ ਬਾਬੇ ਨਾਨਕ ਦੇ ਸ਼ਬਦ ਨੂੰ ਕੱਟਦੀ ਹੈ। ਭੰਡ ਜੰਮੀਆਂ ਭੰਡ ਨਿਮੀਆਂ ਭੰਡ ਮੰਗਣ ਵਿਆਹੋ, ਤੂੰ ਇਸਤਰੀ ਟੀਕਾ ਟਿੱਪਣੀ ਕਰਦਾ, ਇਹ ਗਲਤ ਹੈ। 2-3 ਨੂੰ ਟੋਕ ਦਿੱਤਾ, ਚੌਥਾ ਚੁੱਪ ਕਰ ਗਿਆ ਤੇ ਚੌਥਾ ਬੜਾ ਗੁੱਸੇ ਜੀ ਵਿੱਚ ਹੋ ਕੇ ਚਲਿਆ ਗਿਆ। ਪਾਤਸ਼ਾਹ ਜੀ ਨੂੰ ਪੁੱਠੇ ਸਿੱਧੇ ਸ਼ਬਦ ਬੋਲਦਾ ਸੀਗਾ ਤੇ ਪਾਤਸ਼ਾਹ ਕਹਿੰਦੇ ਤੂੰ ਲਾਹੌਰ 'ਚ ਨਹੀਂ ਵੜ ਸਕੇਗਾ। ਗੱਡੇ ਤੇ ਆਏ ਸੀ, ਗੱਡਾ ਵਾਪਸ ਲੈ ਗਏ, ਜਾ ਰਹੇ ਆ। ਉਹ ਕਹਿੰਦਾ ਗੁਰੂ ਪਾਤਸ਼ਾਹ ਨੇ ਬਚਨ ਕਰ ਦਿੱਤਾ ਕਿਤੇ ਐਸਾ ਨਾ ਹੋਵੇ ਮੇਰੀ ਮੌਤ ਹੋ ਜੇ ਲਾਹੌਰ ਵੜਨ ਤੋਂ ਪਹਿਲਾਂ, ਮੈਂ ਸਮਾਧੀ ਲਾ ਕੇ ਬੈਠਦਾ, ਤੁਸੀਂ ਗੱਡਾ ਤੋਰੀ ਚੱਲੋ। ਤੇ ਜਦੋਂ ਗੱਡਾ ਲਾਹੌਰ ਦੀ ਹੱਦ ਵਿੱਚ ਵੜ ਗਿਆ, ਫਿਰ ਗੁਰੂ ਅਰਜਨ ਦੇਵ ਦਾ ਬਚਨ ਜਿਹੜਾ ਉਹ ਖਤਮ ਹੋ ਜਾਵੇਗਾ। ਉਹ ਐਂ ਚੌਕੜਾ ਮਾਰ ਕੇ ਬਹਿ ਗਿਆ, ਬਾਕੀ ਗੱਡਾ ਤੋਰੀ ਗਏ। ਪਰ ਪਰਮੇਸ਼ਰ ਨੇ ਗੁਰੂ ਅਰਜਨ ਦੇ ਬਚਨ ਪੂਰੇ ਕੀਤੇ। ਪਤਾ ਨਹੀਂ ਕੀ ਬਲਦਾਂ ਨੂੰ ਦਿਸਿਆ, ਬਲਦ ਡਰ ਕੇ ਭੱਜ ਲਏ। ਹੁਣ ਗੱਡਾ ਬੁੜਕ ਰਿਹਾ ਹੈ, ਬਲਦ ਭੱਜਦੇ ਹੈ ਤੇ ਇਹਦੀ ਸਮਾਧੀ ਲੱਗੀ ਹੋਈ ਹੈ। ਦੂਜਿਆਂ ਨੇ ਹੱਥ ਹੁੱਥ ਪਾ ਲਏ, ਇਹ ਬੁੜਕਿਆ ਗੱਡੇ 'ਚੋਂ ਤੇ ਗੱਡੇ ਦੇ ਪਹੀਏ ਥੱਲੇ ਸਿਰ ਆ ਗਿਆ ਜਿੱਥੇ ਸਮਾਧੀ ਚੜਾ ਕੇ ਬੈਠਾ ਸੀ। ਕਹੋ ਸਤ, ਮਰ ਗਿਆ ਉੱਥੇ। ਖੈਰ ਆਪਾਂ ਵਿਚਾਰਾਂ ਇੱਥੇ ਰੋਕਦੇ ਹਾਂ। ਮਾਤਾ ਜੀ ਹੱਠੀ ਸਿੰਘ ਨੂੰ ਝਿੜਕ ਕੇ ਚੁੱਪ ਕਰਾਉਂਦੇ ਹਨ ਕਿ ਪੁੱਤਰ ਇਹ ਗਲਤ ਹੈ, ਪਰ ਇਮ ਕਹਿ ਢਿੱਗ ਤੇ ਉੱਠ ਕਰ ਗਏ, ਉੱਠ ਕੇ ਭਾਗਿਆ। ਮਾਤਾ ਬਿਰਧ ਲ ਗਰਭਤ ਪਇਓ, ਹੰਕਾਰੀ ਹੋ ਗਿਆ। ਮਾਂ ਬੁੱਢੀ ਐ, ਇਹਨੂੰ ਕੀ ਪਤਾ ਹੈ। ਉਸੇ ਤਰ੍ਹਾਂ ਕਰਦਾ ਜਾ ਰਿਹਾ। ਰਹਿੰਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਆਖਰੀ ਪੰਕਤੀਆਂ ਸਰਵਣ ਕਰਕੇ ਫਿਰ ਸਮਾਪਤੀ ਕਰੀਏ ਜੀ। ਇਮ ਕਹਿ ਡਿਗ ਤੇ ਉੱਠ ਕਰ ਗਏ ਹੋ, ਮਾਤ ਬ੍ਰਿਦਾ ਲਖ ਗਰਭਤ ਪਇਓ। ਵਰਜੋ ਕਛੂ ਨਾ ਮਨ ਬਿਆਨਾ, ਤਿਮਹੀ ਬੌਰ ਕਰਨ ਕੋ ਠਾਨਾ। ਟਲਿਆ ਨੀ ਗਾ, ਉਸੇ ਤਰ੍ਹਾਂ ਹੀ ਕਰਦਾ ਰਿਹਾ। ਅੱਗੇ ਕੀ ਹੋਇਆ ਇੱਥੇ ਵਿਚਾਰਾਂ ਰੋਕਦੇ ਆ, ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं पंचन गुणतास, हे संगी हे निरंकार हे निर्गुण सब टेक, हे गोविंद हे गुण निधान, सदा विवेक, हे अपरंपर हर हरे बनहार, हे
ਸੰਤਹਿ ਕੈ ਸਦਾ ਸੰਗ ਮੇਰਾ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਹੋਈਏ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।